अस्सलामुअलैकुम। गिमी टीवी यूके तो मैं ਤੁਹਾਡੀ ਦੋਸਤ ਤੇ ਹੋਸਟ ਗਿਮੀ ਲੋਦੀ ਸ਼ਗੁਫਤਾ ਗਿਮੀ ਲੋਦੀ ਤੁਹਾਡੇ ਨਾਲ ਆਨਲਾਈਨ ਜ਼ੂਮ ਉੱਤੇ ਪੂਰੀ ਦੁਨੀਆ ਨਾਲ ਕਨੈਕਟਡ ਆ। ਔਰ ਅੱਜ ਦਾ ਦਿਨ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਪਾਕਿਸਤਾਨ ਤੋਂ ਇਲਾਵਾ ਇੰਗਲੈਂਡ ਦੇ ਵਿੱਚ ਜਿੱਥੇ ਜਿੱਥੇ ਸਾਊਦੀ ਅਰਬ 'ਚ ਈਦ ਮਨਾਈ ਜਾ ਰਹੀ ਹੈ ਤੇ ਮੇਰੇ ਵੱਲੋਂ ਮੇਰੇ ਸਾਡੇ ਗਿਮੀ ਟੀਵੀ ਯੂਕੇ ਇੰਗਲੈਂਡ ਟੀਮ ਵੱਲੋਂ, ਗਿਮੀ ਟੀਵੀ ਯੂਕੇ ਲਾਹੌਰ ਟੀਮ ਵੱਲੋਂ ਤੁਹਾਨੂੰ ਸਭ ਨੂੰ ਜਿੱਥੇ ਜਿੱਥੇ ਵੀ ਸਾਡੇ ਮੁਸਲਮਾਨ ਭਾਈ ਈਦ ਮਨਾ ਰਹੇ ਨੇ ਉਹਨਾਂ ਸਭ ਨੂੰ ईद मुबारक। और क्योंकि ये बड़ा एक मुश्किल वाला और बड़ा एक ऐसा टाइम गुजरिया जिहदे च साडे बहुत सारे प्यारियां दे प्यारे इस जड़ा करोना दी वजह नाल बड़े बड़े प्यारे तकरीबन हर घर दे विचों कोई ना कोई गया और इस वजह नाल ये ईद जिहड़ी है ईद की खुशी के नाल नाल थोड़ी अफसुरदा भी है। मेरी अपनी माँ करोना के हथों 29 मार्च में इस दुनिया तो पर्दा कर गए। एक तकलीफ दे अंदर दी तकलीफ उहदे नाल नाल बेशुमार कमल नसीर चलियां गईयां, हसीना मोइन चलियां गईयां और उहदे बाद सुंबल चलियां गईयां और बेशुमार होर साढ़े बहुत सारे जिहड़ी मीडिया इंडस्ट्री के लोग उहदे बाद जिन्ने जिन्ने जिथे जिथे साढ़े इंसान बैठे ने। सिर्फ है तो मैं सिर्फ क्योंकि ईद के हवाले नाल अपने कुछ लोगों की गल की, लेकिन पूरी इंसानियत च अगर देखा जाए तो कोई भी इंसान किसी भी मजहब का, किसी भी मुआशरे का और किसी का भी कोई प्यारा ਜਦੋਂ ਕਿਸੇ ਤਕਲੀਫ 'ਚ ਗੁਜ਼ਰ ਕੇ ਉਹਨਾਂ ਤੋਂ ਦੂਰ ਜਾਂਦਾ ਹੈ, ਇਸ ਫਿਜ਼ੀਕਲ ਦੁਨੀਆ ਤੋਂ ਦੂਰ ਜਾਂਦਾ ਹੈ ਤੇ ਵਾਕਈ ਬੜੀ ਤਕਲੀਫ ਹੁੰਦੀ ਹੈ। ਲੇਕਿਨ ਇਹਦੇ ਨਾਲ ਨਾਲ ਇਹ ਇੱਕ ਜ਼ਿੰਦਗੀ ਦਾ ਅਮਲ ਹੈ। ਮੈਂ ਵੀ ਇੱਕ ਗ੍ਰੀਵਿੰਗ ਮੋਡ 'ਚ ਹੈ, ਲੇਕਿਨ ਅਸੀਂ ਇਸ ਦੁਨੀਆ ਦੇ ਵਿੱਚ ਰਹਿਣਾ, ਅਸੀਂ ਉਹਨਾਂ ਨੂੰ ਯਾਦ ਵੀ ਕਰਨਾ, ਉਹਨਾਂ ਦੀਆਂ ਜਿੱਥੇ ਜਿੱਥੇ ਉਹਨੇ ਉੱਤੇ ਨੇ ਆਪਣੀਆਂ ਜ਼ਿੰਦਗੀਆਂ ਗੁਜ਼ਾਰ ਕੇ ਗਏ ਨੇ ਤੇ ਉਹਨਾਂ ਦੇ ਜਿਹੜੇ ਪਰਿਵਾਰ ਨੇ, ਉਹਨਾਂ ਦੇ ਜਿਹੜੇ ਖਾਨਦਾਨ ਨੇ, ਉਹਨਾਂ ਦੇ ਲਾਗਵਾਨ ਨੇ, ਉਹਨਾਂ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੇਰੀ ਹਰ ਇਨਸਾਨ ਦੇ ਬਾਰੇ ਤੇ ਗਿਮੀ ਟੀਵੀ ਦੇ ਵੱਲੋਂ ਉਹਨਾਂ ਦੇ ਸਬਰ ਦੀ ਦੁਆ ਔਰ ਸਾਨੂੰ ਆਪਣੇ ਲਈ ਸਬਰ ਦੀ ਦੁਆ ਦੀ ਜ਼ਰੂਰਤ ਆ। ਤੇ मैं गल ज़्यादा नहीं कर सकती क्योंकि आई गेट इमोशनल, क्योंकि मैं खुद जिस तरह धरती माँ होंगी है ना, मेरी भी जन्म देने वाली माँ चली गई तो मैनू भी इंज लगता जिस तरह बंदा जिस तरह बच्चा माँ के नालू नाल जुड़िया होंदा है ते वो कट जाता है, दुनिया च आंदा है। उस तरह जो मापे इस दुनिया तो चले जाते हैं या कोई प्यारा चला जाता, किसी का भैन भरा, माँ प्यो कजन कुछ भी, ते इस मूजी मर्ज ने ऐसियां ऐसियां तकलीफां दित्तियां, पर की करिए इंज होंदा है। ते जनाब चलो अज का दिन है और मैं कोशिश की कि तुहानू पता है कि अद्धी राती पता चलिया कि जी होना है, तो साडा प्लान जिहड़ा असीं कीता होया सी कि असीं किस तरह करना है। एक्सपैक्टेड जिहड़ी सी इंग्लैंड च पाकिस्तान दे विच, एक्सपैक्टेड इंग्लैंड च ते अज ईद सी, लेकिन एक्सपैक्टेड पाकिस्तान दे विच ईद जिहड़ी सी ओह कल दी सी, मतलब साडे हिसाब दे मुताबिक जिहड़े असीं प्रोग्राम्स वगैरह प्लान करने हैं, बट कोई नहीं। ते असीं अज दे शो वास्ते ਤੁਸੀਂ ਹੁਣ ਸਕਰੀਨ ਤੇ ਦੇਖਿਆ ਸਾਡੇ ਮਹਿਮਾਨ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਤੁਹਾਡਾ ਤੁਸੀਂ ਇਸ ਮਹਿਮਾਨ ਦੇ ਸੌਰੀ ਜਿਹੜੇ ਸਾਡੇ ਅੱਜ ਦੇ ਉਚੇਚੇ ਮਹਿਮਾਨ ਨੇ, ਇੱਕ ਤੇ ਪਹਿਲੀ ਗੱਲ ਹੈ ਤੁਸੀਂ ਇਹਨਾਂ ਤੋਂ ਬਹੁਤ ਚੰਗੀ ਤਰ੍ਹਾਂ ਆਸ਼ਨਾ ਹੋ। ਇਹ ਅੱਜ ਕੱਲ ਪਾਕਿਸਤਾਨੀ ਮੀਡੀਆ 'ਚ ਇਨਫੋਰਮੇਸ਼ਨ ਦੇਣ ਵਾਸਤੇ ਔਰ ਲੋਕਾਂ ਨਾਲ ਲੁਕਾਈ ਨਾਲ ਇਹਨਾਂ ਦਾ ਜਿਹੜਾ ਇੰਟਰੈਕਸ਼ਨ ਹੈ ਬਹੁਤ ਹੈ, ਕਿਉਂਕਿ ਕਰੋਨਾ ਦੇ ਹਵਾਲੇ ਨਾਲ
और ਜਿਹੜੀਆਂ ਬਾਕੀ ਚੀਜ਼ਾਂ ਨੇ ਉਹਨਾਂ 'ਚ ਐਕਸਪਰਟ ਨੇ। ਪ੍ਰੋਫੈਸਰ ਡਾਕਟਰ ਵਹੀਦ-ਉਜ਼-ਜ਼ਮਾਨ ਸਾਹਿਬ ਮਾਹਿਰ ਵਾਇਰੋਲੋਜਿਸਟ ਔਰ ਮਾਹਿਰ ਨੇ ਆਪਣੀਆਂ ਇਸ 'ਚ। ਤੇ ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਕਹਿੰਦੀ ਹਾਂ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਗਿਮੀ ਟੀਵੀ। ਤੇ ਸਰ ਤੁਸੀਂ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਛਾਏ ਹੋਏ ਹੋ ਆਪਣੇ ਪੂਰਾ, ਔਰ ਇਸ ਬਿਮਾਰੀ ਦਾ ਜਿਹੜਾ ਸਿਲਸਿਲਾ ਪੂਰੀ ਦੁਨੀਆ ਤੇ ਹੈਗਾ। ਔਰ ਮੈਂ ਜਦੋਂ ਇਸ ਬਿਮਾਰੀ ਦਾ ਨਾਂ ਲੈਂਦੀ ਹਾਂ ਮੈਂ ਬੜੀ ਉਦਾਸ ਹੋ ਜਾਂਦੀ ਹਾਂ, ਲੇਕਿਨ ਇਹਦੇ ਨਾਲ ਨਾਲ ਮੈਂ ਜਾਣਨਾ ਚਾਹਾਂਗੀ ਕਿ ਪਾਕਿਸਤਾਨ 'ਚ ਜਿਹੜੀ ਤੀਜੀ ਲਹਿਰ ਆਈ ਹੈਗੀ ਆ, ਤੇ ਅਸੀਂ ਪਿਛਲਾ ਸ਼ੋਅ ਕੀਤਾ ਸੀ ਇੰਡੀਆ ਦੇ ਵਿੱਚ ਜਿਹੜਾ ਹੈਗਾ ਉੱਥੋਂ ਵੀ ਆਪਣੇ ਸਾਡੇ ਕਮਿਊਨਿਟੀ ਮੈਡੀਸਨ ਦੇ ਐਕਸਪਰਟ ਆਏ ਸਨ ਡਾਕਟਰ ਸਾਹਿਬ। ਤੇ ਮੈਂ ਕਿਹਾ ਚਲੋ ਅੱਜ ਨਾਲੇ ਹੁਣ ਤੁਸੀਂ ਦੱਸੋ ਕਿ ਪਾਕਿਸਤਾਨ 'ਚ ਜਿਹੜਾ ਸਿਲਸਿਲਾ ਹੈ ਤੀਜੀ ਲਹਿਰ ਦਾ, ਦੂਜੀ ਤੋਂ ਬਾਅਦ ਤੀਜੀ, ਇਹਦੀ ਕੀ ਸੂਰਤ ਹਾਲ ਹੈ। ਤੇ ਹੁਣ ਤੇ ਇਸ ਦਫਾ ਦੀ ਤੇ ਈਦ ਵੀ ਇੰਜੇ ਕਿ ਸਾਰੇ ਲੋਕਡਾਊਨ 'ਚ ਹੈ, ਔਰ ਨਾਲ ਨਾਲ ਅਸੀਂ ਪੁੱਛਦੇ ਹਾਂ ਕਿ ਆਪਣੇ ਲੋਕ ਜਿਹੜੇ ਨੇ ਉਹ ਤੇ ਨਿਕਲਦੇ ਨੇ, ਤੇ ਆਪਣੇ ਲਾਹੌਰੀ ਤੇ ਜਿਹੜੇ ਨੇ ਮੈਂ ਤੇ ਵੇਖਿਆ ਉਹ ਤੇ ਫਿਰ ਉਹਨਾਂ ਦਾ ਤੇ ਗੁਜ਼ਾਰਾ ਨਹੀਂ ਘਰਾਂ 'ਚ ਬਹਿ ਕੇ। ਤੇ ਇਹਦੇ ਤੇ ਜ਼ਰਾ ਰੋਸ਼ਨੀ ਪਾਓ, ਫਿਰ ਅਸੀਂ ਆਪਣੀ ਗੱਲਬਾਤ ਅੱਗੇ ਚੱਲਦੀ ਰਹੇਗੀ। ਥੈਂਕ ਯੂ ਵੈਰੀ ਮਚ ਜੀ। ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ, ਤੁਸੀਂ ਮੈਨੂੰ ਮੌਕਾ ਦਿੱਤਾ ਹੈ ਤੇ ਮੈਂ ਤੁਹਾਡੇ ਨਾਲ ਇਸ ਮਹਿਫਿਲ ਵਿੱਚ ਮੌਜੂਦ ਹਾਂ। ਤੇ ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ ਕਿ ਇਹ ਜਿਹੜੀ ਤੀਜੀ ਲਹਿਰ ਹੈ, ਇਸ ਤੀਜੀ ਲਹਿਰ ਦੀ ਵਜ੍ਹਾ ਕੀ ਹੈ ਤੇ ਪਾਕਿਸਤਾਨ ਵਿੱਚ ਕੀ ਹਾਲਾਤ ਨੇ, ਥੋੜਾ ਜਿਹਾ ਮੈਂ ਜਾਇਜ਼ਾ ਇਹ ਲੈਣਾ ਚਾਹੁੰਦਾ ਵਾਂ ਕਿ ਪਿਛਲੇ ਸਾਲ ਵਾਇਰਸ ਜਿਹੜਾ ਹੈ ਉਹ ਪਾਕਿਸਤਾਨ ਵਿੱਚ ਐਂਟਰ ਹੋਇਆ ਸੀ ਕੋਈ ਮਾਰਚ ਦੇ ਮਹੀਨੇ 'ਚ, ਮਾਰਚ ਦੇ ਆਖਰ ਤੇ ਚਾਈਨਾ ਵਿੱਚ ਇਹ ਮੌਜੂਦ ਸੀ ਦਸੰਬਰ ਜਨਵਰੀ ਵਿੱਚ। ਅਸੀਂ ਜਨਵਰੀ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਤੇ ਇੱਕ ਲੂਈ ਪਾਸਚਰ ਦਾ ਇੱਕ ਬੜਾ ਮਸ਼ਹੂਰ ਕੌਲ ਹੈ ਕਿ ਲੱਕ ਓਨਲੀ ਹੈਲਪਸ ਦੀ ਪ੍ਰੀਪੇਅਰਡ ਮਾਈਂਡ। ਜੇ ਤੁਸੀਂ ਤਿਆਰ ਹੋਵੋਗੇ ਤੇ ਤੁਹਾਡੀ ਕਿਸਮਤ ਤੇ ਨਸੀਬ ਤੁਹਾਡੇ ਕੰਮ ਆਏਗਾ, ਤੇ ਜੇ ਤੁਸੀਂ ਤਿਆਰ ਹੀ ਨਹੀਂ ਤੇ ਨਸੀਬ ਵੀ ਤੁਹਾਡੇ ਕਿਸੇ ਕੰਮ ਨਹੀਂ ਆਏਗਾ। ਅਸੀਂ ਮੀਡੀਆ ਤੋਂ ਸ਼ੁਰੂ ਹੋਏ ਹਾਂ, ਉਸ ਤੋਂ ਬਾਅਦ ਫਿਰ ਅਸੀਂ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਸਾਇੰਟੀਫਿਕ ਕਮੇਟੀ ਦੀਆਂ। ਔਰ ਮੈਨੂੰ ਇਹ ਫਖਰ ਰਿਹਾ ਹੈ ਕਿ ਮੈਂ ਤਕਰੀਬਨ ਹਰ ਕਮੇਟੀ ਦਾ ਮੈਂਬਰ ਸਾਂ। ਕੁਛ ਅਰਸਾ ਮੈਂ ਨੈਸ਼ਨਲ ਕਮਾਂਡ ਐਂਡ ਕੰਟਰੋਲ ਕਮੇਟੀ 'ਚ ਬੈਠਦਾ ਰਿਹਾ ਵਾਂ, ਪੰਜਾਬ ਦੇ ਸਿਆਗ ਵਿੱਚ ਵੀ ਬੈਠਦਾ ਰਿਹਾ ਵਾਂ। ਉਸ ਤੋਂ ਬਾਅਦ ਗਵਰਨਮੈਂਟ ਆਫ ਪਾਕਿਸਤਾਨ ਦੀ ਕਮੇਟੀਜ਼ ਵਿੱਚ ਵੀ ਮੈਂ ਰਿਹਾ ਵਾਂ, ਡਾਇਗਨੋਸਟਿਕ ਤੇ ਦੂਸਰੀਆਂ, WHO ਦੀ ਕਮੇਟੀ ਵਿੱਚ ਵੀ। ਔਰ ਹੁਣ ਜਿਹੜੀ ਟੈਕਨੀਕਲ ਐਂਡ ਵਰਕਿੰਗ ਗਰੁੱਪ ਟਵਿਗ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬ ਦੇ, ਇਹਦੀ ਮੀਟਿੰਗ ਕੀਤੀ ਸੀ ਪਿਛਲੇ ਸੋਮਵਾਰ ਵਾਲੇ ਦਿਨ, ਤੇ ਈਦ ਦੀਆਂ ਤਿਆਰੀਆਂ ਕਰਨ ਵਾਸਤੇ ਅਸੀਂ ਉਹਦੇ ਤੇ ਬੜੀ ਬਹਿਸ ਕੀਤੀ। ਫਿਰ ਇੱਕ ਹੋਰ ਕਮੇਟੀ ਹੈ ਸਾਡੀ ਕੋਵਿਡ ਵੈਕਸੀਨ ਐਡਵਾਈਜ਼ਰੀ ਕਮੇਟੀ। ਇਹਨਾਂ ਸਾਰੀਆਂ ਕਮੇਟੀਆਂ ਨੇ ਬੜੀ ਮਿਹਨਤ ਕਰਕੇ ਤੇ ਕਿਸੇ ਤਰੀਕੇ ਦੇ ਨਾਲ ਵਾਇਰਸ ਦੀ ਜਿਹੜੀ ਜਿਹਨੂੰ ਤੁਸੀਂ ਕਹਿੰਦੇ ਹੋ ਮੂਵਮੈਂਟ, ਉਸ ਨੂੰ ਸਲੋ ਡਾਊਨ ਕੀਤਾ ਸੀ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੋ ਕੁਝ ਸਾਡੇ ਹਮਸਾਇਆ ਮੁਲਕ ਇੰਡੀਆ 'ਚ ਹੋ ਰਿਹਾ, ਸਾਨੂੰ ਹਮਦਰਦੀ ਹੈ ਬਹੁਤ ਜ਼ਿਆਦਾ ਪੇਸ਼ੈਂਟਸ ਦੇ ਨਾਲ, ਔਰ ਅਸੀਂ ਜਿੰਨੇ ਜੋਗੇ ਹੈ ਵਾਂ ਅਸੀਂ ਮਦਦ ਦੀ ਵੀ ਪੇਸ਼ਕਸ਼ ਕੀਤੀ ਸੀ ਤੇ ਅਸੀਂ ਹਾਜ਼ਰ ਹਾਂ ਤੇ ਦੁਆ ਕਰਦੇ ਹਾਂ ਖੁਦਾ ਕਰੇ ਕਿ ਇੰਡੀਆ ਤੋਂ ਵੀ ਇਹ ਮੁਸੀਬਤ ਜਿਹੜੀ ਹੈ ਖਤਮ ਹੋਏ। ਆਮੀਨ। ਜਦੋਂ ਅਸੀਂ ਜਾਇਜ਼ਾ ਲੈਂਦੇ ਹਾਂ ਤੇ ਪਤਾ ਚੱਲਦਾ ਹੈ ਕਿ ਸ਼ਾਇਦ ਉੱਥੇ ਕੁਝ ਗਲਤੀਆਂ ਹੋਈਆਂ ਨੇ ਲੋਕਾਂ ਤੋਂ। ਬਹੁਤ ਮੁਲਕਾਂ 'ਚ ਗਲਤੀਆਂ ਹੋਈਆਂ ਨੇ, ਅਮਰੀਕਾ 'ਚ ਵੀ ਸ਼ੁਰੂ ਤੁਹਾਨੂੰ ਪਤਾ ਕੁਝ ਲੋਕਾਂ ਨੇ ਮਿਸਟੇਕਸ ਕੀਤੀਆਂ ਨੇ, ਐਰਰ ਹੋਏ ਨੇ, ਲੇਕਿਨ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਅਸੀਂ ਸੂਰਤ ਹਾਲ ਤੇ ਕੰਟਰੋਲ ਕਰੀਏ। ਲੇਕਿਨ ਹੋਇਆ ਦਰਅਸਲ ਇਹ ਵੇ ਕਿ ਪਹਿਲੀ ਵੇਵ ਜਿਹੜੀ ਆਈ ਹੈ ਉਹ ਪਾਕਿਸਤਾਨ ਵਿੱਚ ਪਿਛਲੇ ਜੂਨ ਵਿੱਚ ਆਈ ਹੈ, ਔਰ ਉਸ ਦੇ ਨਾਲ ਹੀ ਫਿਰ ਈਦ ਆ ਗਈ। ਔਰ ਈਦ ਦੇ ਵਿੱਚ ਸਾਡੇ ਮੋਮਨਾਂ ਨੇ ਕੋਈ ਕਸਰ ਨਹੀਂ ਛੱਡੀ, ਔਰ ਉਸ ਤੋਂ ਬਾਅਦ ਇੱਕ ਕੋਰਟ ਦੇ ਫੈਸਲੇ ਦੇ ਤਹਿਤ ਸ਼ਾਪਿੰਗ ਦੀ ਇਜਾਜ਼ਤ ਦੇ ਦਿੱਤੀ ਗਈ ਤੇ ਲੋਕਾਂ ਨੇ ਪਿਛਲੇ ਰੋਜ਼ਿਆਂ ਦੇ ਆਖਰ ਦੇ ਉੱਤੇ ਲੁੱਟ ਪਾਈ ਸੀ। ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਕਾਫੀ ਖਰਾਬ ਹੋਏ ਨੇ, ਲੇਕਿਨ ਕਿਸੇ ਹੱਦ ਤੱਕ ਫਿਰ ਉਹ ਕੰਟਰੋਲ ਹੋ ਗਿਆ। ਉਸ ਤੋਂ ਬਾਅਦ ਸਤੰਬਰ ਤੇ ਅਕਤੂਬਰ ਦੇ ਮਹੀਨੇ 'ਚ ਜਦੋਂ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਹੁਣ ਕੋਈ ਜ਼ਰੂਰਤ ਨਹੀਂ ਰਹੀ ਕਿਸੇ ਤਰ੍ਹਾਂ ਦੀ ਹਿਫਾਜ਼ਤੀ ਤਦਾਬੀਰ ਦੀ, ਕਿਉਂਕਿ ਹੋਇਆ ਇਹ ਸੀ ਕਿ ਕੇਸ ਜਿਹੜੇ ਨੇ 1000 ਤੋਂ ਵੀ ਘੱਟ ਹੋ ਗਏ ਸਨ, ਤੇ ਬਾਅਦ ਵੀ ਜਿਹੜੀਆਂ ਨੇ ਉਹ 5-7 ਹੋ ਰਹੇ ਸਨ, ਲੋਕੀ ਡੈਥਸ ਹੋ ਰਹੀਆਂ ਸਨ ਡੇਲੀ। ਤੇ ਲੋਕਾਂ ਇੱਕ ਦਫਾ ਫਿਰ ਜਿਹੜਾ ਮੈਦਾਨ 'ਚ ਨਿਕਲ ਆਏ ਨੇ ਤੇ ਸਾਰੀਆਂ ਪਾਬੰਦੀਆਂ ਛੱਡ ਦਿੱਤੀਆਂ ਨੇ।
ਤੇ ਸਤੰਬਰ ਅਕਤੂਬਰ ਦੇ ਵਿੱਚ ਫਿਰ ਇੱਕ ਵੇਵ ਹੈ ਜਿਹੜੀ ਅਸੀਂ ਫੇਸ ਕੀਤੀ ਹੈ, ਔਰ ਉਹ ਰਹੀ ਹੈ ਸਰਦੀਆਂ ਦੇ ਸ਼ੁਰੂ ਤੱਕ, ਲੇਕਿਨ ਫਿਰ ਕੰਟਰੋਲ ਹੋ ਗਿਆ। ਉਸ ਤੋਂ ਬਾਅਦ ਹੁਣ ਕੀ ਹੋਇਆ ਹੈ, ਹੁਣ ਇੱਕਦਮ ਜਿਹੜੀ ਵੇਵ ਹੈ ਇਹ ਅਪ੍ਰੈਲ ਦੇ ਮਹੀਨੇ 'ਚ, ਮਾਰਚ ਦੇ ਮਹੀਨੇ ਸ਼ੁਰੂ ਹੋਈ ਹੈ, ਅਪ੍ਰੈਲ 'ਚ ਗਈ ਹੈ, ਤੇ ਹੁਣ ਅਸੀਂ ਇੱਕ ਮੁਸ਼ਕਿਲ ਸੂਰਤ ਹਾਲ ਦਾ ਸਾਹਮਣਾ ਕਰ ਰਹੇ ਸਾਂ। ਤੇ ਮਾਰਚ 'ਚ ਅਸੀਂ ਜਾਇਜ਼ਾ ਲਿਆ ਕਿ ਵਜ੍ਹਾ ਕੀ ਹੋਈ ਇੱਕਦਮ। ਤੇ ਅਸੀਂ ਇਸ ਲਈ ਮੁxtਲਿਫ ਵਾਇਰਸ ਦੇ ਆਈਸੋਲੇਟ ਕੀਤੀ ਹੈ ਜੀਨ ਸੀਕੁਐਂਸ, ਜਿਸ ਨੂੰ ਤੁਸੀਂ ਫਰਮਾ ਰਹੇ ਸੋ ਕਿ ਟੀਵੀ ਦੇ ਵਿੱਚ ਮੇਰੀ ਇਹ ਬੜੀ ਖਬਰਾਂ ਆਈਆਂ ਨੇ। ਇਹ ਪਹਿਲੀ ਦਫਾ ਦੇਖਿਆ ਕਿ ਲਾਹੌਰ ਤੇ ਲਾਹੌਰ ਦੇ ਇਰਦ ਗਿਰਦ ਜਿਹੜਾ ਪੰਜਾਬ ਦਾ ਇਲਾਕਾ ਹੈ, ਇਹਦੇ ਵਿੱਚ 97% ਦੇ ਕਰੀਬ ਜਿਹੜੀ ਸਟ੍ਰੇਨਸ ਨੇ, ਵੇਰੀਐਂਟਸ ਨੇ, ਉਹ ਬਰਤਾਨੀਆ ਤੋਂ ਆ ਗਏ ਨੇ। ਹਾਂਜੀ, ਅੱਛਾ, ਸੌਰੀ ਟੂ ਕੱਟ ਯੂ ਹੇਅਰ, ਕਿਉਂਕਿ ਨਾਲ ਜੋ ਵੀ ਮੈਂ ਦੇਖ ਰਹੀ ਹਾਂ, ਨਾਲ ਮੈਂ ਰੱਖਿਆ ਹੋਇਆ ਦੂਜਾ ਵੀ ਆਈਪੈਡ, ਉਹਦੇ ਚ ਲੋਕੀ ਨਾਲ ਕਰ ਵੀ ਰਹੇ ਨੇ ਕੁਐਸਚਨ। ਅੱਛਾ ਡਾਕਟਰ ਸਾਹਿਬ, ਇਹ ਮੈਂ ਪੁੱਛਣਾ ਹੀ ਚਾਹ ਰਹੀ ਸਾਂ, ਤੁਸੀਂ ਇਹ ਚੀਜ਼ ਜ਼ਰੂਰ ਕਲੀਅਰ ਕਰ ਦਿਓ, ਲੋਕ ਜਾਨਣਾ ਚਾਹ ਰਹੇ ਨੇ ਕਿ ਇਹ ਕਿੱਥੋਂ ਆਈ ਹੈ, ਸਾਡੇ ਪਾਕਿਸਤਾਨ ਚ ਅਮਰੀਕਾ ਤੋਂ ਆਈ ਹੈ, ਚਾਈਨਾ ਤੋਂ ਆਈ ਹੈ? ਦੇਖੋ, ਪਹਿਲੇ ਤਾਂ ਚਾਈਨਾ ਤੋਂ ਆਇਆ ਸੀ, ਸ਼ੁਰੂ ਤੋਂ ਚਾਈਨਾ ਤੋਂ ਵੀ ਈਰਾਨ ਦੇ ਜ਼ਰੀਏ ਆਇਆ ਸੀ, ਔਰ ਫਿਰ ਮੁਖਤਲਿਫ ਮੁਲਕਾਂ ਤੋਂ ਆਇਆ ਸੀ। ਇੱਕ ਵੇਵ ਨਹੀਂ ਆਈ, ਬਹੁਤ ਸਾਰੀ ਜਗ੍ਹਾ ਤੋਂ ਆਇਆ ਹੈ। ਜਿਹੜਾ ਵੂਹਾਨ ਵਾਲਾ ਵਾਇਰਸ ਸੀ ਨਾ ਪਹਿਲਾ, ਉਹ ਤਕਰੀਬਨ ਉਹ ਖਤਮ ਹੋ ਗਿਆ, ਉਹ ਨਹੀਂ ਮਿਲ ਰਿਹਾ ਇਸ ਵਕਤ। ਜਿਹੜੀਆਂ ਸਾਡੇ ਕੋਲ ਵੇਰੀਐਂਟਸ ਨੇ ਉਹ ਬਰਤਾਨਵੀ ਨੇ, ਔਰ ਇੱਕ ਦੋ ਸਾਊਥ ਅਫਰੀਕਾ ਤੋਂ ਨੇ। ਲੱਗਦਾ ਇਹ ਵੇ ਕਿ ਬਰਤਾਨੀਆ ਤੋਂ ਆਉਣ ਵਾਲੇ ਸਾਡੇ ਲੋਕ ਜਿਹੜੇ ਨੇ, ਉਹਨਾਂ ਜਿਹੜੇ ਵਾਇਰਸ ਲੈ ਕੇ ਆਏ ਨੇ ਪਾਕਿਸਤਾਨ ਵਿੱਚ, ਜਾਂ ਉਹਨਾਂ ਦਾ ਤਾਲੁਕ, ਦੇਖੋ ਨਾ, ਬਰਤਾਨੀਆ ਤੋਂ ਸ਼ੁਰੂ ਹੋਇਆ ਤੇ ਬਰਤਾਨੀਆ ਤੋਂ ਫੌਰੀ ਤੌਰ ਤੇ ਫਰਾਂਸ, ਯੂਰਪ, ਦੂਜੇ ਮੁਲਕਾਂ 'ਚ ਵੀ ਚਲਾ ਗਿਆ। ਵੇਰੀਐਂਟ ਜਿਹੜਾ ਹੈ ਜਿਸ ਲਈ ਉਹ ਆਇਆ ਹੈ, ਤੇ ਤੁਸੀਂ ਵੀ ਦੇਖਿਆ ਹੋਏਗਾ ਪਿਛਲੇ ਸਾਲ ਅਕਤੂਬਰ ਵਿੱਚ ਇੰਗਲੈਂਡ ਵਿੱਚ ਤੇ ਪੂਰੇ ਬਰਤਾਨੀਆ 'ਚ ਬੜੀ ਤੇਜ਼ੀ ਨਾਲ ਸਾਊਥ ਆਫ ਲੰਡਨ ਤੋਂ ਉਹ ਵਾਇਰਸ ਫੈਲਿਆ, ਔਰ ਉਹਨੇ ਬੜੀ ਜਲਦੀ ਆਪਣੀ ਲਪੇਟ 'ਚ ਲਿਆ। ਤੇ ਮੈਂ ਬਰਤਾਨੀਆ ਦੀ ਹਕੂਮਤ, ਕਿਉਂਕਿ ਮੈਂ ਖੁਦ ਵੀ ਇੰਗਲੈਂਡ 'ਚ ਕੰਮ ਕੀਤਾ ਹੈ ਕੁਛ ਅਰਸਾ ਜਵਾਨੀ 'ਚ, ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਬੜੀ ਮਿਹਨਤ ਕਰਕੇ ਵੈਕਸੀਨ ਲਾ ਕੇ ਇਸ ਵਕਤ ਕੰਟਰੋਲ ਹਾਸਲ ਕਰ ਲਿਆ ਹੈ। ਲੇਕਿਨ ਸਾਡੇ ਕੋਲ ਕਿਉਂਕਿ ਵੈਕਸੀਨ ਨਹੀਂ ਸੀ, ਕਿਉਂਕਿ ਜਿਹੜੇ ਮੁਲਕ ਵੈਕਸੀਨ ਬਣਾ ਰਹੇ ਨੇ ਉਹ ਸਾਨੂੰ ਕਹਿੰਦੇ ਨੇ ਕਿ ਪਹਿਲੇ ਅਸੀਂ ਆਪਣੇ ਮੁਲਕ 'ਚ ਇਸਤੇਮਾਲ ਕਰਾਂਗੇ, ਬਚੇਗੀ ਤੇ ਤੁਹਾਨੂੰ ਵੀ ਦੇ ਦਿਆਂਗੇ। ਇਹ ਸਾਨੂੰ ਮੈਸੇਜ ਸ਼ੁਰੂ ਤੋਂ ਇਹ ਮਿਲਦਾ ਰਿਹਾ, ਜਿਹਦੀ ਵਜ੍ਹਾ ਤੋਂ ਅਸੀਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਾਨੂੰ ਵੈਕਸੀਨ ਹਾਸਲ ਕਰਨ ਲਈ। ਲੇਕਿਨ ਹੋਇਆ ਇਹ ਵੇ ਕਿ ਇਸ ਵੇਵ ਤੋਂ ਬਾਅਦ ਅਸੀਂ ਫਿਰ ਇੱਕ ਤਫਾਰਕਤ 'ਚ ਆ ਗਏ। ਅਸੀਂ ਪਿਛਲੇ ਸੋਮਵਾਰ ਵਾਲੇ ਦਿਨ ਜਿਹੜੀ ਮੀਟਿੰਗ ਕੀਤੀ ਹੈ ਪੰਜਾਬ ਗਵਰਨਮੈਂਟ ਦੀ ਡੀਜੀ ਹੈਲਥ ਦੇ ਦਫ਼ਤਰ ਵਿੱਚ, ਅਸੀਂ ਕਿਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਫਰਮਾਇਆ, ਇੱਕ ਗੱਲ ਇਹ ਵੀ ਕਿਸੇ ਕੀਤੀ ਹੈ ਕਿ ਲੋਕੀ ਅਮਲ ਨਹੀਂ ਕਰਨ ਦੇ। ਅਸੀਂ ਕਿਹਾ ਲੋਕੀ ਅਮਲ ਕਰਨ ਜਾਂ ਨਾ ਕਰਨ, ਅਸੀਂ ਆਪਣੀ ਪੂਰੀ ਆਨੈਸਟੀ ਤੇ ਦਿਆਨਤਦਾਰੀ ਦੇ ਨਾਲ ਅਸੀਂ ਆਪਣੀ ਰਾਏ ਜਿਹੜੀ ਹੈ ਉਹ ਦੇਵਾਂਗੇ, ਆਪਣੇ ਵੱਲੋਂ ਪਾਬੰਦੀਆਂ ਲਾਵਾਂਗੇ। ਅਸੀਂ ਈਦ ਦੀ ਸ਼ਾਪਿੰਗ ਬੰਦ ਕਰਤੀ, ਅਸੀਂ ਉਸ ਤੋਂ ਬਾਅਦ ਲਾਕਡਾਊਨ ਮੁਕੰਮਲ ਕੀਤਾ ਹੈ। ਇਸ ਵਕਤ ਤੁਸੀਂ ਲਾਹੌਰ ਹੀ ਦੇਖੋ ਤੇ ਮੁਕੰਮਲ ਲਾਕਡਾਊਨ ਹੈ। ਅਸੀਂ ਚੰਦ ਰਾਤ ਨਹੀਂ ਮਨਾਉਣ ਦਿੱਤੀ, ਇੱਕ ਤੇ ਖੈਰ ਪਤਾ ਹੀ ਨਹੀਂ ਚੱਲਿਆ ਈਦ ਦਾ, ਤੁਹਾਨੂੰ ਮੈਂ ਪਹਿਲੇ ਦੱਸਿਆ ਉਹ ਗੱਲ ਕਿ ਬਈ ਅਸੀਂ ਸਕੈਜੂਅਲ, ਤੁਹਾਡਾ ਤੇ ਅੱਜ ਦਾ ਸ਼ੋ ਆਲਰੇਡੀ ਸਕੈਜੂਅਲ ਸੀ ਨਾ, ਉਹ ਹੁਣ ਸਾਨੂੰ ਪਤਾ ਚੱਲਿਆ ਅੱਧੀ ਰਾਤ ਨੂੰ, ਉਹ ਮੈਨੂੰ ਵੀ ਫੋਨ ਆਉਣ ਲੱਗ ਪਏ, ਉਹ ਜਿਨ੍ਹਾਂ ਦਾ ਸ਼ੋ ਅੱਗੇ ਈਦ ਦਾ ਸ਼ੋ ਤੇ ਮੈਨੂੰ ਇੰਡੀਆ ਤੋਂ ਫੋਨ ਆ ਰਹੇ, ਪਾਕਿਸਤਾਨ ਕੇ ਵੀ ਸਾਨੂੰ ਦੱਸੋ ਕਿ ਸ਼ੁਗਫਤਾ ਜੀ ਅਸੀਂ ਕੀ ਕਰਾਂਗੇ। ਮੈਂ ਕਿ ਬਸ ਹੁਣ ਚੱਲਦੇ ਰਹੋ, ਹੁਣ ਸਾਨੂੰ ਨਹੀਂ ਪਤਾ ਇਹ ਚੰਦ ਕਿਹਨੂੰ, ਅਸੀਂ ਕਨਫਿਊਜ਼ ਵੀ ਹੋਏ ਆ, ਲੇਕਿਨ ਇਹਦਾ ਫਾਇਦਾ ਹੋਇਆ ਕਿ ਚੰਦ ਰਾਤ ਜਿਹੜੀ ਹੈ ਨਾ ਉਸ ਉਹਦੇ ਚੋਂ ਲੋਕੀ ਬਚ ਗਏ ਨੇ ਜਿਹੜੀ ਚਾਂਦ ਰਾਤ ਚ। ਲੇਕਿਨ ਗਵਰਨਮੈਂਟ ਨੇ ਤਾਂ ਆਲਰੇਡੀ ਲਾਕਡਾਊਨ ਕੀਤਾ ਸੀ। ਚਲੋ ਅਸੀਂ ਫਿਰ ਇਹਦੇ ਉੱਤੇ ਜਿਹੜੀ ਅਸੀਂ ਪਾਬੰਦੀ ਲਾਈ ਸੀ, ਹੁਣ ਲੋਕੀ ਅਮਲ ਕਰਨ ਜਾਂ ਨਾ ਕਰਨ ਮੈਂ ਨਹੀਂ ਕੁਝ ਕਹਿ ਸਕਦਾ। ਅਸੀਂ ਕਿਹਾ ਸੀ ਇੱਕ ਤੇ ਈਦ ਓਪਨ ਵਿੱਚ ਪੜ੍ਹੀ ਜਾਏ, ਮਸਜਿਦਾਂ ਵਿੱਚ ਈਦ ਨਹੀਂ ਪੜ੍ਹੀ ਜਾਏ, ਮਾਸਵਾਏ ਉਹਨਾਂ ਜਿਵੇਂ ਸ਼ਾਹੀ ਮਸਜਿਦ ਸੀ, ਬੜੀ ਵੱਡੀ ਮਸਜਿਦ ਹੈ, ਗਵਰਨਮੈਂਟ ਉਹਦੀ ਅਸੀਂ ਇਜਾਜ਼ਤ ਦੇ ਦੇ ਤੇ ਖੁਤਬਾ ਜਿਹੜਾ 15 ਮਿੰਟ ਦਾ ਹੋਏ ਤੇ ਨਮਾਜ਼ ਪੜ੍ਹ ਕੇ ਤੇ ਫੌਰਨ ਘਰ ਟੁਰ ਜਾਓ, ਜਫੇ ਮਾਰਨ ਦੀ ਤੇ ਗਲੇ ਮਿਲਣ ਦੀ ਤੇ ਇਹ ਕੋਈ ਜ਼ਰੂਰਤ ਨਹੀਂ ਆਪਣੇ ਆਪ। ਉਸ ਤੋਂ ਬਾਅਦ ਫਿਰ ਅਸੀਂ ਪਾਬੰਦੀ ਲਾ ਦਿੱਤੀ ਹੈ ਇਹ ਜੋ ਮਰੀ ਵਗੈਰਾ ਜਾਣ ਤੇ, ਕਰਾਚੀ, ਹਾਕਸ ਬੇ, ਦੂਜੀ ਜਗ੍ਹਾ ਤੇ ਅਸੀਂ ਕਿਹਾ ਕੋਈ ਟੂਰਿਜ਼ਮ ਨਹੀਂ, ਕੋਈ ਐਕਟੀਵਿਟੀ ਨਹੀਂ, ਟਰਾਂਸਪੋਰਟ ਬੰਦ ਹੈ। ਤੇ ਉਹਦਾ ਫਾਇਦਾ ਇਹ ਹੋਇਆ ਹੈ ਕਿ ਕੁਝ ਦਿਨਾਂ ਤੋਂ ਜਿਹੜੀ ਸੀ ਪਹਿਲੇ ਮਿਹਨਤ ਕਰ ਰਹੇ ਸਾਂ, ਸਾਡੇ 6000 ਤੋਂ ਜ਼ਿਆਦਾ ਕੇਸ ਡੇਲੀ ਹੋ ਰਿਹਾ ਸਨ, 6-7 ਹਜ਼ਾਰ। ਅਮਵਾਤ ਜਿਹੜੀਆਂ ਸਨ, ਡੈਥਸ 200 ਤੋਂ ਉੱਤੇ ਚਲੀਆਂ ਗਈਆਂ ਸਨ।
ਇਸ ਵਕਤ ਕੋਈ 3000 ਦੇ ਕਰੀਬ ਕੇਸ ਹੋ ਰਿਹਾ ਨੇ। ਅੱਜ 3250 ਹੋਏ ਨੇ, ਕੱਲ 2870 ਹੋਏ ਸਨ। ਤੇ ਡੈਥ ਵੀ ਘਟੀਆਂ ਨੇ, ਲੇਕਿਨ ਡੈਥ ਆਹਿਸਤਾ ਆਹਿਸਤਾ ਤੁਹਾਨੂੰ ਪਤਾ ਲੱਗੇਗਾ, ਕਿਉਂਕਿ ਉਹ ਲੋਕ ਮਰ ਰਹੇ ਨੇ ਜਿਨ੍ਹਾਂ ਨੂੰ ਅੱਜ ਤੋਂ ਮਹੀਨਾ ਪਹਿਲੇ ਜਾਂ 3 ਹਫ਼ਤੇ ਪਹਿਲੇ ਵਾਇਰਸ ਲੱਗਾ ਹੈ। ਤੇ ਅਸੀਂ ਇੱਕ ਸੋਚ ਰਹੇ ਹਾਂ, ਦੇਖ ਰਹੇ ਹਾਂ ਬੜੀ ਪਰੇਸ਼ਾਨੀ ਨਾਲ ਕਿ ਈਦ ਦੇ ਕੀ ਕਰਦੇ ਕੀ ਨੇ ਲੋਕ, ਕਿਉਂਕਿ ਈਦ ਸ਼ੁਰੂ ਹੋਈ ਹੈ, 1-2 ਦਿਨ ਨੇ। ਅਗਰ ਤੇ ਲੋਕਾਂ ਨੇ ਬਿਹੇਵ ਕੀਤਾ, ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ। ਅਸੀਂ ਇਹ ਤੀਜੀ ਵੇਵ ਨੂੰ ਹੀ ਕੰਟਰੋਲ ਕਰਨ ਵਿੱਚ ਕਾਮਯਾਬ ਹੋ ਜਾਵਾਂਗੇ। ਇੱਕ ਤੇ ਇਹ ਵੇ। ਦੂਸਰਾ ਵੈਕਸੀਨ ਦੀ, ਜਿਸ ਤਰ੍ਹਾਂ ਤੁਸੀਂ ਫਰਮਾ ਰਹੇ ਸੀ, ਉਹ ਵੀ ਅਸੀਂ ਗੱਲ ਨਾਲ ਨਾਲ ਕਰਾਂਗੇ ਬਾਅਦ ਵਿੱਚ। ਬਿਲਕੁਲ ਡਾਕਟਰ ਸਾਹਿਬ, ਇੱਕ ਜ਼ਰੂਰ ਮੈਂ ਗੱਲ ਤੁਹਾਡੇ ਕੋਲ ਪੁੱਛਣੀ ਹੈ, ਇਹ ਕਿ ਲੋ ਜੀ ਆ ਗਏ ਨੇ, ਮੈਂ ਤੁਹਾਨੂੰ ਨਾਲ ਦੱਸ ਦਵਾਂ ਕਿ ਤੁਹਾਡੇ ਵਾਸਤੇ ਸਾਡੇ ਕੋਲ ਰੂਸ ਸ਼ੇਖ ਜਿਹੜੇ ਨੇ ਅਮਰੀਕਾ ਤੋਂ, US ਤੋਂ ਕੁਝ ਆਡੀਅנס ਨੇ ਜੁਆਇਨ ਕੀਤਾ ਹੈ, ਪਾਕਿਸਤਾਨ ਤੋਂ ਜੁਆਇਨ ਕੀਤਾ ਹੈ, ਸਾਡੇ ਇੰਗਲੈਂਡ ਤੋਂ ਲਤਾ ਸ਼ਰਮਾ ਜੀ ਨੇ, ਆਪਣੀਆਂ ਦੋਸਤ ਵੀ ਨੇ, ਉਹ ਵਾਚ ਕਰ ਰਹੀਆਂ, ਦੇਖ ਰਹੀਆਂ, ਕਿਉਂਕਿ ਉਹਨਾਂ ਨੇ ਉਹ ਵੀ ਆਈਆਂ ਸੀ ਇੰਡੀਆ ਤੋਂ, ਉਹਨਾਂ ਨੇ ਇੱਥੇ ਆ ਕੇ ਇੰਗਲੈਂਡ ਆ ਕੇ ਕੁਆਰੰਟਾਈਨ ਨਹੀਂ ਕੀਤਾ। ਅੱਛਾ, ਹੁਣ ਸਾਨੂੰ ਇਹ ਵੀ ਮੁਸੀਬਤ ਹੈ ਕਿ ਇਹ ਜਿਹੜੀ ਵੇਵ ਹੈ ਹੁਣ ਇੰਗਲੈਂਡ 'ਚ ਥੋੜਾ ਹਿਸਾਬ ਕਿਤਾਬ ਖੁੱਲ ਗਿਆ, 12 ਤਾਰੀਖ ਤੋਂ ਥੋੜਾ ਜਿਹਾ ਸਾਰਾ ਹੋ ਗਿਆ ਤੇ ਕੰਟਰੋਲ ਹੈ। ਇਹ ਜਿਹੜਾ ਪਾਕਿਸਤਾਨ 'ਚ ਇੱਕ ਸੋਚ ਇਹ ਹੈ ਕਿ ਜੀ ਇਹ ਕੁਝ ਹੋਰ ਹੀ ਸਾਜ਼ਿਸ਼ ਹੈ, ਮਤਲਬ ਇਹ ਸੋਚ ਕੁਝ ਇਹ ਕਿ ਵੀ ਹੈ ਹੀ ਨਹੀਂ, ਐਵੇਂ ਹੀ ਹੈ, ਜਿਹੜੇ ਬੰਦੇ ਉਂਝ ਵੀ ਮਰਦੇ ਨੇ ਉਹਨਾਂ ਨੂੰ ਵੀ ਕਰੋਨਾ ਦੀ ਕੈਟੇਗਰੀ 'ਚ ਕਰ ਲੈਂਦੇ ਨੇ, ਉਂਝ ਵੀ ਤੇ ਕਿੰਨੇ ਲੋਕ ਮਰਦੇ ਨੇ। ਸੌਰੀ, ਮੇਰਾ ਥੋੜਾ ਜਿਹਾ ਅੱਜ ਗਲਾ ਖਰਾਬ ਹੈ, ਕਿਤੇ ਕਿਤੇ ਮੈਂ ਹੋਵਾਂਗੀ, ਲੇਕਿਨ ਇਹ ਕਿ ਮੈਂ ਕਿਉਂਕਿ ਡਰਨੀ ਮੇਰੀ ਵੈਕਸੀਨ ਹੋ ਗਈ ਦੀ, ਇਸ ਲਈ ਮੇਰੇ ਕੋਲੋਂ ਡਰਨ ਨਾ ਮੇਰੇ ਆਡੀਅנס ਕੇ। ਹੁਣ ਤੇ ਇੰਨਾ ਡਰ ਪਾ ਦਿੱਤਾ ਹੈ ਤੇ ਉਹ ਡਰ ਹੋ ਗਿਆ ਕਿ ਲੱਗਦਾ ਪਤਾ ਨਹੀਂ ਇਹ ਜ਼ੂਮ ਦੀ ਇਹਦੇ ਵਿੱਚੋਂ ਵੀ ਮੈਂ ਇੱਥੇ ਕਫ ਕਰਾਂ ਤੇ ਕਿਤੇ ਹੋਰ ਹੀ ਨਾ ਫੈਲ ਜਾਏ। ਡਰ ਤਾਂ ਬੰਦੇ ਲੋਕੀ ਦੂਜੇ ਵੀ ਡਰਦੇ ਆ ਐਸੀ ਚੀਜ਼। ਤੇ ਤੁਸੀਂ ਦੱਸੋ ਕਿ ਕੀ ਵਾਕਈ ਇਹ ਜਿਹੜਾ 2-3 ਸਕੂਲ ਆਫ ਥਾਟਸ ਇਸ ਕਰੰਟ ਸਿਚੁਏਸ਼ਨ ਦੇ ਵਿੱਚ ਪੂਰੀ ਦੁਨੀਆ 'ਚ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਪਹਿਲੇ ਤਿਆਰ ਕਰ ਲਈਏ, ਫਿਰ ਅਸੀਂ ਦੂਜੇ ਸਵਾਲਾਂ ਤੇ ਆਵਾਂਗੇ। ਬੜਾ ਅੱਛਾ ਤੁਸੀਂ ਸਵਾਲ ਕੀਤਾ। ਪਹਿਲੀ ਗੱਲ ਤੇ ਇਹ ਵੇ ਕਿ ਪਹਿਲੇ ਜਿੰਨੀਆਂ ਪੈਂਡੈਮਿਕਸ ਹੋਈਆਂ ਨੇ ਨਾ ਵਰਲਡ ਵਿੱਚ, ਇੱਕ ਬੜੀ ਖੂਬਸੂਰਤ ਹਿਸਟਰੀ ਲਿਖੀ ਹੈ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਚੰਡੀਗੜ੍ਹ ਵਿੱਚ। ਉਹ ਸੀ ਕਿ ਬ੍ਰਿਟਿਸ਼ ਰਾਜ ਦੇ ਜ਼ਮਾਨੇ ਜਿਹੜੀ ਪੈਂਡੈਮਿਕਸ ਹੋਈਆਂ ਨੇ, 1850 ਤੋਂ ਲੱਗ ਕੇ 1947 ਤੱਕ ਉਹਦੀ ਪੂਰੀ ਹਿਸਟਰੀ ਲਿਖੀ, ਔਰ ਉਹ ਮੈਂ ਕੁਝ ਸਾਲ ਪਹਿਲੇ ਪੜ੍ਹੀ ਸੀ। ਤੇ 1888 ਦੇ ਕਰੀਬ ਬਰਤਾਨਵੀ ਹਕੂਮਤ ਨੇ ਇੰਡੀਆ ਦੇ ਵਿੱਚ, ਉਸ ਵਕਤ ਜਿਹੜਾ ਇੰਡੀਆ, ਚੂੰਕਿ ਪਾਕਿਸਤਾਨ ਨਹੀਂ ਸੀ ਉਸ ਵਕਤ ਮੌਜੂਦ, ਸਾਰਾ ਇੰਡੀਆ ਸੀ, ਉਹਨਾਂ ਨੇ ਚੀਚਕ ਦੀ ਵੈਕਸੀਨ ਲਾਣੀ ਸ਼ੁਰੂ ਕੀਤੀ। ਜਿਹੜੇ ਸਾਡੇ ਹਿੰਦੂ ਭਰਾ ਸਨ, ਉਹਨਾਂ ਇਸ ਵਾਸਤੇ ਵੈਕਸੀਨ ਨਹੀਂ ਲਵਾਈ ਕਿ ਇਹਦੇ ਵਿੱਚ ਗਾਂ ਦਾ ਕਾਫ ਦਾ ਸੀਰਮ ਹੈ ਤੇ ਉਹ ਤੇ ਨਹੀਂ ਲਵਾ ਸਕਦੇ। ਤੇ ਮੁਸਲਮਾਨਾਂ ਨੇ ਕਿਹਾ ਕਿ ਇਸ ਵਾਸਤੇ ਲਾਉਣ ਦੀ ਜ਼ਰੂਰਤ ਕੋਈ ਨਹੀਂ, ਕਿ ਇਹ ਅੰਗਰੇਜ਼ ਜਿਹੜੇ ਨੇ ਸਾਜ਼ਿਸ਼ ਕਰ ਰਹੇ ਨੇ, ਤੇ ਇਹ ਵਹਿੰਦੇ ਨੇ ਪਏ ਕਿ ਖੂਨ ਕਿਹਦਾ ਵਗਦਾ ਹੈ, ਤੇ ਕੋਈ ਐਸਾ ਬੱਚਾ ਲੱਭੋ ਜਿਹਦਾ ਖੂਨ ਦੀ ਜਗ੍ਹਾ ਦੁੱਧ ਵਗੇਗਾ ਤੇ ਉਹ ਇਮਾਮ ਮਹਿਦੀ ਹੋਏਗਾ, ਤੇ ਉਹਨੂੰ ਕਤਲ ਕਰਨਾ ਚਾਹੁੰਦੇ ਨੇ। ਇਹ ਚੀਜ਼ ਤੇ 1888 ਵਿੱਚ ਵੀ ਲੋਕਾਂ ਨੇ ਕੀਤੀ। ਪਲੇਗ ਦੇ ਵਿੱਚ ਵੀ ਜਦੋਂ ਹੋਇਆ, ਤੇ ਪਲੇਗ ਵਿੱਚ ਵੀ ਲੋਕਾਂ ਨੇ ਇਹੋ ਜਿਹੀਆਂ ਕਹਾਣੀਆਂ ਪਾਈਆਂ ਕਿ ਇਹ ਜਿਹੜੇ ਨੇ ਗਵਰਨਮੈਂਟ ਜਿਹੜੀ ਹੈ ਕੋਈ ਸਾਜ਼ਿਸ਼ ਕਰ ਰਹੀ ਹੈ। ਉਸ ਤੋਂ ਬਾਅਦ ਜਿਸ ਵੇਲੇ ਪੋਲੀਓ ਵੈਕਸੀਨ, ਮੈਂ ਹੁਣ ਕਿਉਂਕਿ WHO ਦਾ 10 ਸਾਲ ਰਿਹਾ ਮੈਂ ਪੋਲੀਓ ਐਰੈਡੀਕੇਸ਼ਨ ਦਾ, ਅਸੀਂ ਵਰਚੁਅਲੀ 2006 ਦੇ ਵਿੱਚ ਪੋਲੀਓ ਤੇ ਕੰਟਰੋਲ ਕਰ ਲਿਆ ਸੀ। ਅਸੀਂ ਇੰਡੀਆ ਤੋਂ ਬਹੁਤ ਅੱਗੇ ਸਾਂ ਉਸ ਵਕਤ, ਅਸੀਂ ਤਕਰੀਬਨ 28 ਕੇਸ ਰਹਿ ਗਏ ਸਨ ਪਾਕਿਸਤਾਨ ਵਿੱਚ। ਤੇ 2007-2008 ਵਿੱਚ ਫਿਰ ਐਸੇ ਫਤਵੇ ਆਣੇ ਸ਼ੁਰੂ ਹੋ ਗਏ ਕਿ ਲੋਕਾਂ ਨੇ ਪੋਲੀਓ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ, ਤੇ ਉਹਨੀਆਂ ਬੱਚੀਆਂ ਨੂੰ ਜਿਹੜੀ ਘਰੋਂ ਘਰ ਜਾ ਕੇ ਵੈਕਸੀਨ ਲਾ, ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪਹਿਲੀ ਗੱਲ ਤੇ ਆਮ ਹੈ ਇਹ, ਦੇਖੋ ਈਵਨ ਮੈਂ ਇਸ ਵਜ੍ਹਾ ਨਾਲ ਕੁਐਸਚਨ ਕੀਤਾ ਕਿਉਂਕਿ ਈਵਨ ਹੁਣ ਵੀ ਤੁਸੀਂ ਦੇਖੋ ਸਾਡੇ ਨਾਰਥਰਨ ਏਰੀਆ 'ਚ ਕੌਣ ਕਹਿੰਦਾ, ਮਤਲਬ ਬਹੁਤ ਸਾਰੇ ਸਾਡੇ ਜਿਹੜੇ ਫੰਡਾਮੈਂਟਲਿਸਟ ਨੇ ਪੂਰੀ ਦੁਨੀਆ 'ਚ, ਉਹ ਇਹੋ ਜਿਹੀਆਂ ਗੱਲਾਂ ਕੱਢਦੇ ਨੇ, ਔਰ ਫਿਰ ਉਹਦੇ ਤਾਂ ਹੀ ਵਾਸਤੇ ਮੈਂ ਤੁਹਾਡੇ ਕੋਲੋਂ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਮੈਂ ਕਹਿੰਦਾ ਮੈਂ ਇਹਦਾ ਤਾਲੁਕ ਜਹਾਲਤ ਨਾਲ ਹੈ, ਇਹਦਾ ਤਾਲੁਕ ਸਟਬਰਨੈਸ ਨਾਲ ਹੈ। ਹੁਣ ਮੈਨੂੰ ਇੱਕ ਦਿਨ ਇੱਕ ਬੰਦਾ ਕਹਿੰਦਾ ਹੈ ਆ ਕੇ, ਬੜੇ ਡਟ ਕੇ ਮੈਨੂੰ ਕਹਿੰਦਾ, ਮੈਂ ਕਿਹਾ ਭਾਈ ਮੂੰਹ ਦੇ ਉੱਤੇ ਮਾਸਕ ਲਾ ਲੈ, ਕਹਿੰਦਾ ਕੋਈ ਕਰੋਨਾ ਸ਼ਰੋਨਾ ਨਹੀਂ, ਕੋਈ ਵਾਇਰਸ ਨਹੀਂ, ਸਾਜ਼ਿਸ਼ ਹੈ। ਮੈਂ ਕਿਹਾ ਝੂਠੇ ਤੇ ਅੱਲਾ ਦੀ ਲਾਨਤ, ਜੇ ਤੂੰ ਝੂਠ ਬੋਲੇ ਤੇਰੇ ਜੇ ਮੈਂ ਬੋਲਾਂ ਤੇ ਮੇਰੇ ਤੇ। ਮੈਂ ਬਿਲਕੁਲ ਮੈਂ ਕਲੀਅਰਲੀ ਗੱਲ ਕੀਤੀ। ਮਸਲਾ ਇਹ ਵੇ ਕਿ ਇਸ ਵਕਤ ਇਹਦਾ ਮਤਲਬ ਇਹ ਵੀ, ਅਗਰ ਮੈਂ ਉਹਨਾਂ ਦੀ ਮੰਨਾਂ ਤੇ ਜਿਹੜਾ 40 ਸਾਲ ਤੋਂ ਮੈਂ ਵਾਇਰੋਲੋਜੀ ਦੀ ਪ੍ਰੈਕਟਿਸ ਕਰ ਰਿਹਾ ਵਾਂ, ਜਾਂ ਮੈਂ ਇੰਗਲੈਂਡ ਵਿੱਚ ਸਾਰੇ ਇਮਤਿਹਾਨ ਪਾਸ ਕਰਕੇ ਵਾਇਰੋਲੋਜੀ ਦੇ ਗਿਆ ਹੋਇਆ ਵਾਂ, ਜਾਂ ਪ੍ਰੋਫੈਸਰ ਪੜ੍ਹਾਉਂਦਾ ਰਿਹਾ ਵਾਂ, ਇਹਦਾ ਮਤਲਬ ਮੈਂ ਝੂਠ ਬੋਲਦਾ ਰਿਹਾ ਵਾਂ ਤੇ ਮੈਂ ਫਰਾਡ ਕਰਦਾ ਰਿਹਾ ਵਾਂ।
ਤੇ ਮੈਂ ਲੋਕਾਂ ਨੂੰ ਚੱਕਰ ਦਿੱਤਾ ਹੋਇਆ ਹੈ। ਹੁਣ ਐਸੇ ਵੀ ਲੋਕ ਨਹੀਂ ਵਾਇਰਸ ਵਿਖਾਓ, ਮੈਂ ਕਿਹਾ ਤੁਸੀਂ ਅੱਲਾ ਨੂੰ ਵੇਖੋ, ਖੁਦਾ ਲੱਭੋ ਨਾ। ਜਿਹੜੇ ਲੋਕ ਕਹਿੰਦੇ ਨੇ ਜੀ ਖੁਦਾ ਖੁਦਾ ਵਿਖਾਓ, ਤੇ ਇਹ ਪਾਗਲਾਂ ਦੇ ਵਾਸਤੇ ਤੇ ਕੋਈ ਉਹਦਾ ਹੱਲ ਕੋਈ ਨਹੀਂ, ਅਸੀਂ ਉਹਨਾਂ ਦੇ ਨਾਲ ਟੱਕਰ ਨਹੀਂ ਲੈ ਸਕਦੇ। ਜੇ ਇਹਨਾਂ ਲੋਕਾਂ ਦਾ ਜਵਾਬ ਦਿੰਦੇ ਰਹੇ, ਮੈਂ ਬੜੇ ਮਜ਼ਮੂਨ ਲਿਖੇ ਨੇ ਅਖਬਾਰਾਂ ਦੇ ਵਿੱਚ ਮੌਜੂਦ ਨੇ, ਮੈਂ ਸ਼ੇਅਰ ਮੈਂ ਵੀ ਪੜ੍ਹੇ ਨੇ, ਮੈਂ ਤੁਹਾਡੇ 2 ਮਜ਼ਮੂਨ ਪੜ੍ਹੇ ਨੇ, ਔਰ ਤਾਂ ਹੀ ਤੁਹਾਡੇ ਕੋਲੋਂ ਐਕਚੁਅਲੀ ਤੁਹਾਡੇ ਕੋਲੋਂ ਇਹ ਸ਼ੋਅ ਕਰਨ ਦਾ ਮਕਸਦ ਵੀ ਅਸਲ ਹੈ ਸੀ, ਕਿਉਂਕਿ ਇਹ ਜਿਹੜੀਆਂ ਕਨਫਿਊਜ਼ਨਸ ਜਾਂ ਜਿਹੜਾ ਤੁਸੀਂ ਕਹਿੰਦੇ ਪਏ ਹੋ ਜਹਾਲਤ ਜਾਂ ਜੋ ਵੀ ਹੈ ਉਹਨੂੰ ਕਲੀਅਰ ਤੁਸੀਂ ਕਰ ਸਕਦੇ ਹੋ ਐਜ਼ ਐਨ ਐਕਸਪਰਟ। ਅੱਛਾ ਸਰ, ਅੱਗੇ ਅਸੀਂ ਅਗਰ ਆਈਏ ਵੈਕਸੀਨੇਸ਼ਨ ਤੇ ਟੀਕਿਆਂ ਤੇ, ਇਹ ਦੇਖੋ ਆਮ ਬੰਦਾ ਟੀਕਾ ਕਿੰਨਾ ਮਹਿੰਗਾ ਹੈ, ਤੁਸੀਂ ਇਹ ਦੱਸੋ ਕਿ ਉਹ ਸਾਰਿਆਂ ਦੀ ਪਹੁੰਚ ਹੈ, ਕਿਉਂਕਿ ਤੁਸੀਂ ਤਾਂ ਹੁਣ ਜ਼ਾਹਿਰ ਹੈ ਚੁਕਤਾਈ ਦੇ ਵੀ ਸਾਰਾ ਕੁਝ ਹੀ ਤੁਹਾਡੇ ਅੰਡਰ ਹੈ, ਤੇ ਮੈਂ ਜ਼ਰੂਰ ਇਹ ਪੁੱਛਣਾ ਚਾਹਾਂਗੀ ਕਿ ਆਮ ਬੰਦਾ, ਗਰੀਬ ਬੰਦਾ, ਮੈਂ ਅਮੀਰ ਲੋਟ ਦੀ ਨਹੀਂ ਗੱਲ ਕਰਦੀ ਪਈ ਜਿਹਨਾਂ ਕੋਲ ਪੈਸਾ, ਉਹ ਕਿਸ ਤਰ੍ਹਾਂ ਅਪਰੋਚ ਕਰਦਾ ਹੈ ਇਸ ਟੀਕੇ ਲਈ? ਗੱਲ ਇਹ ਸੀ ਜਿਹੜੀ ਮੈਂ ਤੁਹਾਨੂੰ ਗੱਲ ਪਹਿਲੇ ਅਰਜ਼ ਕੀਤਾ ਹੈ, ਉਹ ਵੇ ਕਿ ਵੈਕਸੀਨ ਅਵੇਲੇਬਲ ਹੈ ਕਿ ਨਹੀਂ। ਠੀਕ ਹੈ, ਪਹਿਲੇ ਮੈਂ ਕਹਿ ਦਿੱਤਾ ਸੀ, ਪਿਛਲੇ ਸਾਲ ਵੀ ਇੱਕ ਮਜ਼ਮੂਨ ਲਿਖਿਆ ਸੀ, ਜਦੋਂ ਵੈਕਸੀਨ ਬਣੇਗੀ ਉਹ ਜਿਹੜੇ ਬਣਾਉਣ ਦੇ ਉਹ ਪਹਿਲੇ ਆਪਣੇ ਨੂੰ ਲਾਉਣ ਦੇ, ਬਚੇਗੀ ਤੇ ਫਿਰ ਤੁਹਾਨੂੰ ਦੇਣ ਦੇ, ਤੁਹਾਨੂੰ ਵੇਟ ਕਰਨਾ ਪਏਗਾ। ਠੀਕ ਹੈ, ਦਿਸ ਇਜ਼ ਵੈਰੀ ਕਾਮਨ ਥਿੰਗ। ਹੁਣ ਹੋਇਆ ਕੀ ਹੈ ਕਿ ਚਾਈਨਾ ਨੇ ਪਾਕਿਸਤਾਨ ਨੂੰ ਕੁਝ 5 ਲੱਖ ਡੋਜ਼ਸ ਫ੍ਰੀ ਦਿੱਤੀਆਂ। ਜਿਸ ਵੇਲੇ ਫ੍ਰੀ ਦਿੱਤੀਆਂ ਤੇ ਗਵਰਨਮੈਂਟ ਆਫ ਪਾਕਿਸਤਾਨ ਨੇ ਫੈਸਲਾ ਕੀਤਾ ਕਿ ਜਿਹੜੇ ਬਜ਼ੁਰਗ ਨੇ ਤੇ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਨੇ ਜਾਂ ਨਰਸਿਸ ਨੇ, ਹਾਈ ਰਿਸਕ ਲੋਕ ਨੇ, ਉਹਨਾਂ ਨੂੰ ਵੈਕਸੀਨ ਫ੍ਰੀ ਲਾ ਦਿੱਤੀ ਜਾਏ। ਉਹਦੇ 'ਚ ਮੈਂ ਵੀ ਸ਼ਾਮਲ ਹਾਂ, ਮੈਨੂੰ ਵੀ ਲੱਗੀ ਹੈ, ਮੇਰੀ ਬੇਗਮ ਨੂੰ ਵੀ ਲੱਗੀ ਹੈ, ਬਾਕੀ ਲੋਕਾਂ ਨੂੰ ਵੀ ਵੈਕਸੀਨ ਲੱਗੀ ਹੈ। ਉਸ ਦੌਰਾਨ ਜਦੋਂ ਸਾਨੂੰ ਵੈਕਸੀਨ ਬਾਹਰੋਂ ਨਹੀਂ ਸੀ ਮਿਲ ਰਹੀ, ਤੇ ਇੱਕ ਕਿਸੇ ਸ਼ਰੀਫ ਆਦਮੀ ਨੇ ਇੰਪੋਰਟ ਕੀਤੀ ਹੈ ਰਸ਼ੀਆ ਤੋਂ ਸਪੁਟਨਿਕ, ਠੀਕ 5। ਉਹ ਜਿਸ ਵੇਲੇ ਵੈਕਸੀਨ ਆਈ ਹੈ, ਉਹਦੇ ਕੋਲ 5000 ਡੋਜ਼ਸ ਸਨ, ਉਹਨੇ 5000 ਚੁਗਤਾਈ ਲੈਬ ਨੂੰ 5000 ਉਹਨੇ ਦਿੱਤੀਆਂ ਨੇ, ਉਹਨੂੰ ਸ਼ੌਕਤ ਖਾਨ ਨੂੰ 5000 ਡਾਕਟਰਸ ਨੂੰ। ਹੁਣ ਅਸੀਂ 3 ਜਗ੍ਹਾ ਵੈਕਸੀਨ ਲਾ ਰਹੇ ਸਾਂ, ਇੱਕ ਅਸੀਂ ਲਾ ਰਹੇ ਸਾਂ ਉੱਥੇ ਕਰਾਚੀ, ਇੱਕ ਇਸਲਾਮਾਬਾਦ, ਇੱਕ ਲਾਹੌਰ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 5000 ਵਿੱਚ ਕਿੰਨੇ ਕੁ ਬੰਦੇ ਭੁਗਤ ਸਕਦੇ। ਔਰ ਇਹ ਚੀਜ਼ ਜਿਹੜੀ ਹੈ, ਅੱਜ ਮੈਂ ਤਾਂ ਬੜੇ ਦਾਅਵੇ ਨਾਲ ਕਹਿਣਾ ਵਾ ਕਿ ਇਸ ਤੋਂ ਕੁਝ ਦਿਨ ਪਹਿਲੇ ਮਿਨਿਸਟਰ ਆਫ ਹੈਲਥ ਡਾਕਟਰ ਯਾਸਮੀਨ ਰਾਸ਼ਦ ਨੇ ਸਾਨੂੰ ਬੁਲਾਇਆ ਸੀ ਪ੍ਰਾਈਵੇਟ ਸੈਕਟਰ ਨੂੰ, ਔਰ ਉਹਨਾਂ ਕਿਹਾ ਸੀ ਕਿ ਇਸ ਵਕਤ ਜ਼ਰੂਰਤ ਹੈ ਕਿ ਤੁਸੀਂ ਲੋਕ ਮੈਦਾਨ 'ਚ ਆਓ ਤੇ ਵੈਕਸੀਨ ਲਾਓ। ਅਸੀਂ ਦੱਸਿਆ ਸੀ, ਅਸੀਂ ਕਿਹਾ ਮੈਡਮ ਐਸੇ ਕਿ ਸਾਨੂੰ ਗਵਰਨਮੈਂਟ ਦੀ ਤਰਫੋਂ ਪ੍ਰੋਬਲਮ ਸੀ ਇੰਪੋਰਟ ਦਾ, ਔਰ ਉਸ ਤੋਂ ਬਾਅਦ ਉਹਦੀ ਪ੍ਰਾਈਸ ਐਡਜਸਟਮੈਂਟ ਕਰਨ ਦਾ। ਗਵਰਨਮੈਂਟ ਆਫ ਪਾਕਿਸਤਾਨ ਨੇ ਪ੍ਰਾਈਸ ਲਾਈ ਸੀ ਔਰ ਕੈਲਕੂਲੇਟ ਕੀਤੀ ਸੀ। ਉਹਨਾਂ ਨੇ ਉਸ ਵਕਤ ਕਿਹਾ ਕਿ ਜੀ 8400 ਰੁਪਇਆ ਹੋਵੇ, ਤੇ ਜਿਹੜੇ ਵੈਕਸੀਨ ਵੇਚਣ ਵਾਲੇ ਸਨ, ਜਿਹੜੇ ਇੰਪੋਰਟ ਕਰਕੇ ਲਿਆਏ ਸਨ, ਉਹਨਾਂ ਕਿਹਾ ਕਿ ਜੀ 8400 ਵਾਰਾ ਨਹੀਂ ਖਾਂਦਾ, ਅਸੀਂ ਦਿਆਂਗੇ 12500 ਦੀ। ਉਹ ਹਾਈ ਕੋਰਟ ਚਲੇ ਗਏ ਸਨ, ਸਿੰਧ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਸੀ ਉਹਨਾਂ ਨੂੰ ਕਿ ਜਿਹੜੀ ਕੀਮਤ ਤੇ ਚਾਹੁੰਦੇ ਨੇ ਵੇਚ ਲੈਣ। ਪਹਿਲੀ ਗੱਲ ਤੇ ਜਿਹੜੀ ਕੀਮਤ ਸੀ ਉਹ ਕਿਸੇ ਨੇ ਐਡਜਸਟ ਨਹੀਂ ਸੀ ਕੀਤੀ ਸਾਡੇ ਵਿੱਚੋਂ ਜਿਨ੍ਹਾਂ ਦੀ ਵੈਕਸੀਨ ਲਾ ਰਹੇ ਸਨ। ਇਹ ਵੈਕਸੀਨ ਦੀ ਗਵਰਨਮੈਂਟ ਦੀ ਕੀਤੀ, ਔਰ ਇਹ ਬਿਲਕੁਲ ਉਹ ਕੈਲਕੂਲੇਟ ਕਰਕੇ ਲਾਈ ਸੀ। ਉਸ ਵਜ੍ਹਾ ਰਸ਼ੀਆ ਤੋਂ ਵੈਕਸੀਨ ਮੰਗਵਾਉਣਾ ਮੁਸ਼ਕਿਲ ਸੀ। ਅਸੀਂ ਉਸ ਵਕਤ ਗਵਰਨਮੈਂਟ ਆਫ ਪਾਕਿਸਤਾਨ ਨੂੰ ਅਪੀਲ ਕੀਤੀ ਸੀ, ਮੈਂ ਹੁਣ ਦੱਸਣਾ ਪਿਆ, ਮੈਂ ਆਪਣੇ ਪ੍ਰਾਈਵੇਟ ਸੈਕਟਰ ਤੋਂ ਅੱਗੇ ਨਿਕਲ ਕੇ ਇੱਕ ਗਵਰਨਮੈਂਟ ਆਫ ਪੰਜਾਬ ਦੀ ਕਮੇਟੀ ਹੈ ਕੋਵਿਡ ਵੈਕਸੀਨ ਐਡਵਾਈਜ਼ਰੀ ਗਰੁੱਪ, ਉਹਦੇ ਵਿੱਚ ਸੈਕਟਰੀ ਹੈਲਥ ਉਹਦੀ ਕਰਦੇ ਨੇ ਪ੍ਰਿਜ਼ਾਈਡ, ਉਹਦੇ 'ਚ ਇੱਕ ਮੈਂ ਵਾਂ ਤੇ ਇੱਕ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ, ਇੱਕ ਡਾਇਰੈਕਟਰ ਜਨਰਲ ਆਫ ਹੈਲਥ ਨੇ, ਇੱਕ ਵੈਟਰਨੇਰੀਅਨ ਨੇ ਸਾਡੇ ਨਾਲ ਜਿਹੜੇ ਵਾਇਰੋਲੋਜੀ ਦੇ ਐਕਸਪਰਟ ਨੇ, ਬਾਕੀ 2-3 ਉਹਦੇ ਵਿੱਚ ਨੇ ਜਿਹੜੇ ਹੁੰਦੇ ਨੇ ਬਿਊਰੋਕਰੇਟਸ। ਬੜੀ ਟਾਪ ਲੈਵਲ ਕਮੇਟੀ। ਅਸੀਂ ਜਦੋਂ ਜਾਇਜ਼ਾ ਲਿਆ ਵੈਕਸੀਨ ਦਾ, ਤੇ ਅਸੀਂ ਕਿਹਾ ਹੈ ਕਿ ਵੈਕਸੀਨ ਚੂੰਕਿ ਬਾਹਰੋਂ ਮਿਲ ਨਹੀਂ ਰਹੀ, ਤੇ ਗਵਰਨਮੈਂਟ ਆਫ ਪਾਕਿਸਤਾਨ ਨੂੰ ਰਿਕੁਐਸਟ ਕਰੋ ਫੈਡਰਲ ਗਵਰਨਮੈਂਟ ਨੂੰ ਕਿ ਉਹ ਡਿਪਲੋਮੈਟਿਕ ਚੈਨਲ ਦੇ ਜ਼ਰੀਏ ਵੈਕਸੀਨ ਬਾਹਰੋਂ ਮੰਗਵਾ ਕੇ ਅੱਗੋਂ ਬੇਸ਼ੱਕ ਵੇਚੇ, ਪ੍ਰਾਈਵੇਟ ਸੈਕਟਰ ਨੂੰ ਦੇਵੇ, ਖੁਦ ਲਾਏ, ਤੇ ਕਿਉਂਕਿ ਕਿਸੇ ਇੱਕ ਇੰਪੋਰਟਰ ਦੇ ਵੱਸ ਵਿੱਚ ਨਹੀਂ ਹੈ ਐਸੇ ਲੈ ਕੇ ਨੈਗੋਸ਼ੀਏਟ ਕਰਕੇ ਤੇ ਬਾਹਰੋਂ ਵੈਕਸੀਨ ਲੈ ਲਵੇ। ਜਿਹੜੀਆਂ ਕੰਪਨੀ ਨੇ ਵੈਕਸੀਨ ਬਣਾਈ ਹੈ ਨਾ, ਉਹ ਤੁਹਾਨੂੰ ਪਤਾ ਉਹ ਇੰਨੀ ਸਸਤੀ ਤੇ ਨਹੀਂ ਦੇਣਦੇ, ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਦੇ ਆਪਣੇ ਪ੍ਰੋਬਲਮਸ ਨੇ, ਫਿਰ ਕਸਟਮ ਹੈ, ਫਰੇਟ ਹੈ, ਫਿਰ ਉਹਦਾ ਆਪਣਾ ਟਰਾਂਸਪੋਰਟੇਸ਼ਨ ਹੈ, ਫਿਰ ਉਸ ਤੋਂ ਬਾਅਦ ਉਸਨੂੰ ਸਟੋਰੇਜ ਹੈ, ਬੜਾ ਮੁਸ਼ਕਿਲ ਮਾਮਲਾ ਹੈ। ਤੇ ਹਰ ਇੱਕ ਚੀਜ਼ ਦੀ ਕੀਮਤ ਐਡ ਹੁੰਦੀ ਚਲੀ ਜਾ ਰਹੀ ਹੈ। ਤੇ ਹੋਇਆ ਇਹ ਕਿ ਗਵਰਨਮੈਂਟ ਆਫ ਪਾਕਿਸਤਾਨ ਨੇ ਤਕਰੀਬਨ ਕੋਈ 2 ਕਰੋੜ ਡੋਜ਼ਸ ਇੰਤਜ਼ਾਮ ਕੀਤਾ ਹੈ ਚਾਈਨਾ ਤੋਂ। ਅਸੀਂ ਪਹਿਲੇ 70 ਸਾਲ ਤੋਂ ਉੱਤੇ ਲੋਕਾਂ ਨੂੰ ਵੈਕਸੀਨ ਗਵਰਨਮੈਂਟ ਨੇ ਫ੍ਰੀ ਲਾਈ ਹੈ, ਫਿਰ 60 ਸਾਲ ਤੋਂ ਉੱਤੇ, ਫਿਰ 50 ਤੋਂ ਉੱਤੇ,
ਫਿਰ 40 ਤੋਂ ਉੱਤੇ ਲੋਕਾਂ ਨੂੰ ਵੀ ਰਜਿਸਟਰ ਕਰ ਰਹੇ ਨੇ, ਤੇ ਹੁਣ ਈਦ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਹੈ ਕਿ 40 ਸਾਲ ਤੋਂ ਵੀ ਥੱਲੇ ਉਮਰ ਦੇ ਲੋਕਾਂ ਨੂੰ ਰਜਿਸਟਰ ਕਰਨ। ਇਸ ਠੀਕ। ਵਾਸਤੇ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ, ਪਹਿਲੀ ਗੱਲ। ਨੰਬਰ 2, ਜਿਹੜਾ ਪ੍ਰਾਈਵੇਟ ਸੈਕਟਰ ਵਿੱਚ, ਉਹ ਮੈਨੂੰ ਵੀ ਯਕੀਨ ਸੀ ਕਿ ਇੱਕ ਵਕਤ ਆਏਗਾ ਕੰਪੀਟੀਸ਼ਨ ਵਧੇਗਾ। ਜਦੋਂ ਹੁਣ ਬਰਤਾਨੀਆ ਜਿਵੇਂ ਵੈਕਸੀਨ ਲਾ ਲਈ ਹੈ, ਤੇ ਜਿਹੜੇ ਬਰਤਾਨਵੀ ਵੈਕਸੀਨ ਪ੍ਰੋਡਿਊਸਰ ਨੇ, ਜਦੋਂ ਉਹਨਾਂ ਕੋਲ ਬਚੇਗੀ ਉਹਨਾਂ ਵੇਚਣੀ ਤੇ ਕੀਮਤ ਤੇ ਆਵੇ ਹੀ ਆਏਗੀ। ਤੇ ਇਸ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਯਕੀਨ ਨਾਲ ਕਹਿ ਸਕਦਾ ਵਾਂ ਕਿ ਲੋਕੀ ਫਿਕਰ ਨਾ ਕਰਨ, ਉਹਨਾਂ ਨੂੰ ਜਾਂ ਤੇ ਗਵਰਨਮੈਂਟ ਤੋਂ ਫ੍ਰੀ ਵੈਕਸੀਨ ਮਿਲ ਜਾਏਗੀ, ਔਰ ਅਗਰ ਉਹ ਪ੍ਰਾਈਵੇਟ ਸਾਈਡ ਤੇ ਜਾਣਾ ਚਾਹੁੰਦੇ ਤੇ ਵੈਕਸੀਨ ਦੀ ਕੀਮਤ ਲਾਜ਼ਮੀ ਤੌਰ ਤੇ ਥੱਲੇ ਆਏਗੀ, ਤੇ ਉਹਦੇ ਤੇ ਕੰਮ ਹੋ ਰਿਹਾ। ਪੂਰੀ ਸਾਡੀ ਕੋਸ਼ਿਸ਼ ਇਹ ਵੇ ਕਿ ਹਰ ਬੰਦਾ ਜਿਹੜਾ ਉਹਨੂੰ ਵੈਕਸੀਨ ਲੱਗ ਜਾਵੇ। ਔਰ ਵੈਕਸੀਨ ਨੇ ਬਰਤਾਨੀਆ, ਜਿਸ ਫਰਮਾ ਰਿਹਾ, ਬੜੀ ਅੱਛੀ ਤੁਸੀਂ ਗੱਲ ਕੀਤੀ ਹੈ, ਬਰਤਾਨੀਆ 'ਚ ਹਾਲਾਤ ਬਿਹਤਰ ਹੋ ਰਹੇ ਨੇ, ਚੀਜ਼ਾਂ ਖੁੱਲ ਰਹੀਆਂ ਨੇ, ਉਹਦੇ 'ਚ ਵੈਕਸੀਨ ਦਾ ਬਹੁਤ ਵੱਡਾ ਰੋਲ ਹੈ। ਔਰ UAE ਦੇ ਵਿੱਚ ਵੀ ਵੈਕਸੀਨ ਲੱਗੀ ਹੈ। ਇਸ ਵਕਤ ਉਹਨਾਂ ਨੇ ਅਬੂ ਧਾਬੀ ਸਟੇਟ ਨੂੰ ਕਲੀਅਰ ਕਰ ਲਿਆ ਵਾਇਰਸ ਤੋਂ, ਤੁਹਾਨੂੰ ਤੇ ਕੇਸ ਨਹੀਂ ਮਿਲਦੇ, ਔਰ ਉਹਨਾਂ ਪੂਰੇ ਮੁਲਕ ਨੂੰ ਲਾ ਦਿੱਤੀ ਹੈ ਵੈਕਸੀਨ। ਤੇ ਅਲਟੀਮੇਟਲੀ ਤੇ ਜਿਨ੍ਹਾਂ ਮੁਲਕਾਂ ਦੇ ਵਿੱਚ ਰਿਸੋਰਸਿਸ ਨੇ, ਬਰਤਾਨੀਆ ਜਿੱਥੇ ਬਣ ਰਹੀ ਹੈ ਵੈਕਸੀਨ, UAE ਜਿੱਥੇ ਪੈਸੇ ਲੋਕਾਂ ਕੋਲ ਲੈਣ ਨੇ, ਉਹ ਬਿਹਤਰ ਹਾਲਤ 'ਚ ਸਨ, ਤੇ ਪਾਕਿਸਤਾਨ ਦੇ ਪ੍ਰੋਬਲਮ ਬਹੁਤ ਜ਼ਿਆਦਾ ਸਨ। ਇੱਕ ਤਰਫ ਅਸੀਂ ਮਾਲੀ ਤੌਰ ਤੇ ਪਰੇਸ਼ਾਨ ਸਾਂ, ਅਵੇਲੇਬਿਲਿਟੀ ਤੋਂ ਪਰੇਸ਼ਾਨ ਸਾਂ, ਤੇ ਭਰਾ ਭੈਣ ਉਹ ਸਨ ਜਿਹੜੇ ਸਾਨੂੰ ਯਹੂਦੀਆਂ ਦੇ ਏਜੰਟ ਬਣਾ ਕੇ, ਤੇ ਉਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਸਨ। ਠੀਕ, ਮਿਥ ਫਾਈਟ। ਤੇ ਇਸ ਮੁਲਕ ਵਿੱਚ ਚੂੰਕਿ ਮੈਂ ਪਾਕਿਸਤਾਨ ਦੇ 10 ਸਾਲ ਬਾਹਰ ਰਹਿ ਕੇ ਫਿਰ ਵਾਪਸ ਆਇਆ ਵਾਂ, ਤੇ ਮੈਨੂੰ ਪਤਾ ਹੈ ਵਾਪਸ ਆਉਣ ਤੇ ਮੈਂ ਮੇਰਾ ਸਿਰ ਫੜ ਕੇ ਬਹਿ ਜਾਂਦਾ ਵਾਂ, ਇੱਥੇ ਕਿੰਨਾ ਮੁਸ਼ਕਿਲ ਹੈ ਪ੍ਰੈਕਟਿਸ ਕਰਨਾ, ਵਾਇਰੋਲੋਜੀ ਤੇ ਲੋਕਾਂ ਨੂੰ ਸਮਝਾਉਣਾ। ਕਿ ਹਰ ਬੰਦਾ ਮੈਨੂੰ ਮਸ਼ਵਰੇ ਦਿੰਦਾ ਹੈ, ਉਹ ਮੈਨੂੰ ਕਹਿੰਦਾ ਤੁਸੀਂ ਗਲਤ ਹੋ, ਤੇ ਮੈਂ ਕਹਿੰਦਾ ਭਾਈ ਅੱਜ ਤੇ ਮੇਰੀ ਸੁਣੋ, ਤੇ ਬਾਅਦ ਤੁਹਾਡੀ ਮੈਂ ਸੁਣਾਂਗਾ। ਸਹੀ ਕਹਿ ਰਹੇ ਹੋ, ਲੇਕਿਨ ਡਾਕਟਰ ਸਾਹਿਬ ਦੇਖੋ, ਕੁਝ ਵੀ ਹੈ, ਇਹ ਤੇ ਸਟੇਟ ਦੀ ਤੇ ਜ਼ਿੰਮੇਵਾਰੀ ਹੈ ਨਾ। ਹੁਣ ਦੇਖੋ, ਇਨਸਾਨ ਹੈ ਨਾ, ਗਰੀਬ ਬੰਦਾ ਵੀ ਇਨਸਾਨ ਹੈ, ਅਮੀਰ ਬੰਦਾ ਵੀ ਇਨਸਾਨ ਹੈ, ਲੇਕਿਨ ਉਹ ਗਰੀਬ ਬੰਦਾ, ਇਹ ਤੇ ਸਟੇਟ ਦੇ ਪ੍ਰੋਬਲਮਸ ਨੇ ਨਾ, ਕਿ ਉਹ ਆਪਣੇ ਲੋਕਾਂ ਦਾ, ਕਿਸੇ ਕਹਿੰਦੇ ਗਰੀਬ ਬੰਦਾ ਵਿਚਾਰਾ ਪੈਸੇ ਨਾ ਹੋਣ ਤੋਂ ਵੈਕਸੀਨ ਅਵੇਲੇਬਲ ਹੋਣਾ ਮਰ ਜੇ, ਉਹ ਮਾੜਾ ਬੰਦਾ ਤੇ ਅੱਗੇ ਹੀ ਮਰਿਆ ਪਿਆ ਹੈ। ਦੇਖੋ, ਮੈਂ ਤੁਹਾਨੂੰ ਸ਼ਕੂਫਾ ਜੀ, ਮੈਂ ਇੱਕ ਰਿਕੁਐਸਟ ਕਰਾਂਗਾ, ਇੱਕ ਪਰ ਦੱਸਾਂਗਾ ਕਿ ਮੈਂ ਸਮਝਦਾ ਬਰਤਾਨੀਆ ਨੂੰ ਸਭ ਤੋਂ ਜਿਹੜਾ ਅੱਛਾ ਬੰਦੋਬਸਤ ਕੀਤਾ ਹੋਇਆ ਉਹ ਨੈਸ਼ਨਲ ਹੈਲਥ ਸਰਵਿਸ ਦਾ ਹੈ। ਉਸ ਤੋਂ ਅੱਛਾ ਕੋਈ ਸਿਸਟਮ ਨਹੀਂ। ਲੇਕਿਨ ਇੱਕ ਉਹ ਵਕਤ ਆ ਗਿਆ ਸੀ, ਮੈਂ ਹਾਲੀ ਬਰਤਾਨੀਆ 'ਚ ਹੀ ਮੌਜੂਦ ਸਾਂ 1980 ਵਿੱਚ, ਕਿ ਉਹਨਾਂ ਕਿਹਾ ਸੀ ਕਿ ਹੁਣ NHS ਦੇ ਵੱਸ ਵਿੱਚ ਨਹੀਂ ਰਿਹਾ ਕਿ ਸਾਰਿਆਂ ਨੂੰ ਹੈਲਥ ਪ੍ਰੋਵਾਈਡ ਕਰੇ, ਤੇ ਸਲੋਲੀ ਐਂਡ ਗ੍ਰੈਜੂਅਲੀ ਲੋਕ ਜਿਹੜੇ ਨੇ ਉਹ ਜਾਣਦੇ ਇੰਸ਼ੋਰੈਂਸ ਦੀ ਤਰਫ। ਫਿਰ ਐਮਰਜੈਂਸੀ ਨੂੰ ਕਵਰ ਕਰੋ, ਜਿਹੜੇ ਲਾਂਗ ਟਰਮ ਕੇਸਿਸ ਨੇ ਉਹ ਡਿਲੇ ਹੋ ਰਹੇ ਸਨ, ਔਰ ਉਹਨਾਂ ਨੂੰ ਲੰਮੀਆਂ ਡੇਟਸ ਮਿਲ ਰਹੀਆਂ ਸਨ। ਅਮਰੀਕਾ 'ਚ ਵੀ ਇੰਸ਼ੋਰੈਂਸ ਹੈ। ਇਹ ਉਹਨਾਂ ਮੁਲਕਾਂ ਦੀ ਗੱਲ ਕਰ ਰਿਹਾ ਵਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਹੁਣ ਨਹੀਂ ਮੈਨੂੰ ਪਤਾ, ਲੇਕਿਨ ਜਦੋਂ ਮੈਂ ਬਰਤਾਨੀਆ 'ਚ ਕੰਮ ਕਰ ਰਿਹਾ ਸਾਂ ਤੇ 16% ਬਜਟ ਗਵਰਨਮੈਂਟ ਆਫ ਬਰਤਾਨੀਆ ਦਾ ਹੈਲਥ ਦੇ ਉੱਤੇ ਲੱਗ ਰਿਹਾ ਸੀ, ਔਰ 22% ਬਜਟ ਉਸ ਵਕਤ ਲੱਗ ਰਿਹਾ ਸੀ ਸੋਸ਼ਲ ਸਿਕਿਉਰਿਟੀ ਦੇ ਉੱਤੇ। ਪਾਕਿਸਤਾਨ ਵਿੱਚ ਸਾਡੇ ਕੋਲ ਹੈਲਥ ਵਾਸਤੇ ਬਚਦਾ ਹੀ ਕੋਈ ਨਹੀਂ, ਤੇ ਇਹਦੇ ਬਾਵਜੂਦ ਗਵਰਨਮੈਂਟ ਨੇ ਜਿਹੜੀ ਵੈਕਸੀਨ ਲਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ। ਜੀ ਸੌਰੀ, ਤੁਸੀਂ ਅਗਰ ਤਸ਼ਰੀਫ ਲਿਆਓ ਇੱਥੇ, ਤੁਸੀਂ ਦੇਖੋ ਜਿਹੜਾ ਐਕਸਪੋ ਸੈਂਟਰ ਲਾਹੌਰ ਵਿੱਚ ਜਾਂ ਜਗ੍ਹਾ 'ਚ, ਤੇ ਇਹ ਮੇਰੇ ਖਿਆਲ ਦੇ ਮੁਤਾਬਕ ਸਾਡੇ ਜੈਸੇ ਗਰੀਬ ਮੁਲਕ ਦੇ ਹਿਸਾਬ ਨਾਲ ਇਹ ਬਹੁਤ ਬਿਹਤਰ ਬੰਦੋਬਸਤ ਹੈ। ਤੇ ਜਦੋਂ ਮੈਂ ਤੁਹਾਨੂੰ ਅਰਜ਼ ਇਹ ਕੀਤਾ ਹੈ ਕਿ 2 ਕਰੋੜ ਵੈਕਸੀਨ ਦੀ ਡੋਜ਼ਿਸ ਸਾਡੇ ਕੋਲ ਹੋਰ ਆ ਰਹੀਆਂ ਨੇ, ਇਹਦਾ ਮਤਲਬ ਹੈ ਗਵਰਨਮੈਂਟ ਜਿਹੜੀ ਹੈ ਉਹ ਟਰਾਈ ਕਰ ਰਹੀ ਹੈ, ਔਰ ਉਹਦੀ ਐਫਰਟ ਆਪਣੀ ਜਗ੍ਹਾ ਨੇ। ਔਰ ਉਮੀਦ ਇਹ ਵੇ ਕਿ ਸਟੇਟ ਜਿੰਨੇ ਜੋਗੀ ਹੈ, ਕਿਉਂਕਿ ਮੈਂ ਪਰਸਨਲੀ, ਅਗਰ ਜੇ ਮੇਰਾ ਗਵਰਨਮੈਂਟ ਨਾਲ ਕੋਈ ਤਾਲੁਕ ਨਹੀਂ, ਆਈ ਐਮ ਨਾਟ ਪੋਲੀਟੀਸ਼ੀਅਨ, ਸਿਆਸਤ ਨਾਲ ਕੋਈ ਤਾਲੁਕ ਨਹੀਂ, ਲੇਕਿਨ ਇੱਕ ਸਾਲ ਵਿੱਚ ਮੈਂ ਇਹ ਚੀਜ਼ ਜ਼ਰੂਰ ਦੇਖੀ ਹੈ ਕਿ ਵਿਲ ਹੈ ਵੇ, ਔਰ ਹਰ ਬੰਦੀ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ, ਕਪੈਸਿਟੀ ਨਹੀਂ। ਐਟ ਟਾਈਮ ਜਿਹੜਾ ਅਸੀਂ ਫੀਲ ਕਰਨੇ ਆ ਉਹ ਕਪੈਸਿਟੀ ਫੀਲ ਕਰਨੇ ਆ, ਲੇਕਿਨ ਵਿਲ ਵਿੱਚ ਕੋਈ ਸ਼ੱਕ ਨਹੀਂ। ਔਰ ਲੋਕ ਵੀ ਜਿਹੜੇ ਨੇ, ਜਿੱਥੇ ਮੁਲਕ 'ਚ ਲੋਕੀ ਟੈਕਸ ਨਹੀਂ ਦਿੰਦੇ, ਜਿੱਥੇ ਸਾਡੇ ਡਿਸੀਜਨ ਮੇਕਰ ਜਿਹੜੇ ਨੇ ਹੈਲਥ ਦੇ ਬਜਟ ਦੇ ਵਿੱਚ ਵਾਲੀ ਉਹਨੂੰ ਕੱਟ ਲੈਂਦੇ ਨੇ, ਉਹ ਸਾਰੇ ਹਾਲਾਤ ਦੇ ਵਿੱਚ ਅਸੀਂ ਹੋਰ ਵੀ ਪ੍ਰੋਬਲਮ ਫੇਸ ਕਰ ਰਹੇ ਹਾਂ। ਬਾਕੀ ਪ੍ਰੋਬਲਮ ਵੀ ਮੌਜੂਦ ਨੇ, ਤੁਹਾਡੇ ਸਾਹਮਣੇ ਨੇ, ਲੇਕਿਨ ਮੈਂ ਇਹ ਤੁਹਾਡੀ ਵਸਾਤਤ ਨਾਲ ਯਕੀਨ ਦਿਵਾਨਾ ਵਾਂ ਪੂਰੀ ਕੌਮ ਨੂੰ ਕਿ ਇਹ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ, ਔਰ ਵੈਕਸੀਨ ਹਰ ਇੱਕ ਨੂੰ ਮਿਲੇਗੀ। ਥੋੜਾ ਜਿਹਾ ਸਲੋ ਹੋਏਗਾ ਪ੍ਰੋਸੈਸ, ਔਰ ਇੰਤਜ਼ਾਰ ਕਰਨਾ ਪਏਗਾ। ਤੇ ਵੈਕਸੀਨ ਦੀ ਡੋਜ਼ਿਸ ਆ ਰਹੀਆਂ ਨੇ, ਔਰ ਅਸੀਂ ਲੱਗੇ ਹੋਏ ਹਾਂ, ਵੀ ਆਰ ਵਿਦ ਯੂ, ਔਰ ਪੂਰੀ ਐਫਰਟਸ। ਗ੍ਰੇਟ। ਡਾਕਟਰ ਸਾਹਿਬ, ਜਾਂਦੇ ਇੱਕ ਦੋ ਹੋਰ ਛੋਟੇ ਛੋਟੇ ਕੁਐਸਚਨ ਨੇ ਜਿਹੜਾ ਕਿ ਪੁੱਛਣਾ ਚਾਹ ਰਹੇ ਨੇ
ਲੋਕ ਕਿ ਕੀਮਤ ਇਹਦੀ ਜਿਹੜੀ ਹੈ ਵੈਕਸੀਨ ਦੀ ਉਹ ਕੌਣ ਤੈਅ ਕਰਦਾ, ਪ੍ਰਾਈਵੇਟ ਸੈਕਟਰ 'ਚ ਵੀ ਗਵਰਨਮੈਂਟ ਸੈਕਟਰ 'ਚ ਵੀ, ਦੋਵਾਂ ਦਾ ਦੱਸ ਦਿਓ ਪਲੀਜ਼। ਦੇਖੋ ਜੀ, ਦੋ ਚੀਜ਼ਾਂ ਨੇ। ਪਹਿਲੇ ਤੇ ਆਈ ਸੀ ਸਪੁਟਨਿਕ, ਉਹਦੀ ਕੀਮਤ ਕਿਸ ਤਰ੍ਹਾਂ ਤੈਅ ਹੋਈ ਸੀ? ਉਹ ਮਿਨਿਸਟਰ ਸਾਹਿਬਾਂ ਨੇ ਕਿਹਾ ਸੀ ਕਿ ਤੁਸੀਂ ਕੰਪਨੀ ਜਿਹੜੀ ਇੰਪੋਰਟਰ ਸਨ ਨਾ, ਤੁਸੀਂ ਬਿੱਲ ਆਫ ਲੀਡਿੰਗ ਲੈ ਆਓ, ਜਿਹਦੇ 'ਚ ਪਤਾ ਲੱਗ ਜਾਏ ਕਿ ਤੁਸੀਂ ਕਿੰਨੇ ਦੀ ਵੈਕਸੀਨ ਆਈ ਹੈ, ਉਹਦੇ ਉੱਤੇ ਫਿਰ ਟਰਾਂਸਪੋਰਟੇਸ਼ਨ ਚਾਰजेस ਜਿਹੜੇ ਨੇ ਉਹ ਵੀ ਪਾ ਦਿਓ। ਉਸ ਤੋਂ ਬਾਅਦ ਬੜਾ ਜਿਹੜਾ ਸੀ ਆਪਣਾ ਰੀਜ਼ਨੇਬਲ ਜਿਹਾ ਪ੍ਰੋਫਿਟ ਲਾ ਕੇ, ਔਰ ਸਰਵਿਸ ਚਾਰजेस ਵੀ ਨੇ, ਵੈਕਸੀਨ ਲਾਉਂਦੇ ਵੀ ਨੇ, ਲੋਕੀ ਵੀ ਆ ਰਹੇ ਨੇ, ਤੇ ਗਵਰਨਮੈਂਟ ਨੇ ਤੈਅ ਕੀਤੀ ਸੀ। ਇਹ ਜਿਹੜੀ ਮਿਨਿਸਟਰੀ ਆਫ ਫਾਈਨਾਂਸ ਇਕਨੋਮਿਕਸ ਵਾਲੇ ਸਨ, ਇਹ ਉਹਨਾਂ ਨੇ ਤੈਅ ਕਰਕੇ ਦਿੱਤੀ ਸੀ। ਅਸੀਂ ਬਲਕਿ ਥੋੜੀ ਜਿਹੀ ਕੀਮਤ ਘੱਟ ਤੇ ਲਾ ਰਿਹਾ ਸਾਂ ਵੈਕਸੀਨ ਜਿਹੜੀ ਗਵਰਨਮੈਂਟ ਨੇ ਸਾਨੂੰ ਦਿੱਤੀ ਸੀ, ਤੇ ਇਹ ਗਵਰਨਮੈਂਟ ਨੇ ਕੈਲਕੂਲੇਸ਼ਨ ਕੀਤੀ ਸੀ। ਇਸ ਲਈ ਮਸਲਾ ਅਵੇਲੇਬਿਲਿਟੀ ਦਾ ਹੈ। ਜਿਸ ਲਈ ਤੁਹਾਨੂੰ ਵੈਕਸੀਨ ਮਿਲ ਰਹੀ ਹੋਵੇ ਮਹਿੰਗੀ, ਤੇ ਜ਼ਾਹਿਰ ਹੈ ਲੋਕਾਂ ਦੇ ਭਾਰ ਜ਼ਿਆਦਾ ਪੈਗਾ, ਤੇ ਉਮੀਦ ਇਹ ਵੇ ਕਿ ਬਾਹਰੋਂ ਸ਼ਾਇਦ ਸਾਨੂੰ ਆਹਿਸਤਾ ਆਹਿਸਤਾ ਸਸਤੀ ਮਿਲਣਾ ਸ਼ੁਰੂ ਹੋ ਜਾਏਗੀ। ਹੁਣ ਮੈਂ ਤੁਹਾਨੂੰ ਮਿਸਾਲ ਦੱਸਦਾ ਵਾਂ ਕਿ ਸ਼ੁਰੂ ਇਹ ਸਾਨੂੰ ਇਹਨਾਂ ਕਿਹਾ, ਬਰਤਾਨੀਆ ਜਿਹੜੀ ਵੈਕਸੀਨ ਹੈ ਐਸਟਰਾਜ਼ੇਨੇਕਾ, ਉਹਨਾਂ ਕਿਹਾ ਕਿ ਜੀ ਤੁਸੀਂ ਇਹ ਵੈਕਸੀਨ ਜਿਹੜੀ ਹੈ ਨਾ ਇਹ ਲੈ ਲਓ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਨੂੰ $7 ਦੀ ਇੱਕ ਡੋਜ਼ ਦੇਣ ਨੂੰ ਤਿਆਰ ਹਾਂ। ਇੱਕ ਡੋਜ਼, 2 ਡੋਜ਼ਸ ਲੱਗਦੀਆਂ ਨੇ, ਤੇ ਬਸ਼ਰਤੇ ਕਿ ਤੁਸੀਂ 3 ਮਿਲੀਅਨ ਡੋਜ਼ਸ ਦਾ ਐਡਵਾਂਸ ਪੈਸਾ ਦੇ ਦਿਓ। ਹੁਣ $21 ਮਿਲੀਅਨ ਕਿਸੇ ਕੋਲ ਨਹੀਂ ਸੀ ਕਿ ਬੰਨ ਕੇ ਬਹਿ ਜਾਂਦਾ ਤੇ 3 ਮਹੀਨੇ ਇੰਤਜ਼ਾਰ ਕਰਦਾ ਜੀ। ਉਹਦੇ 'ਚ ਵੀ ਉਹਨਾਂ ਕਿਹਾ ਸੀ ਯਕੀਨ ਨਹੀਂ ਦਵਾਉਂਦੇ ਕਿ ਵੈਕਸੀਨ ਤੁਹਾਨੂੰ ਮਿਲੇਗੀ ਕਿ ਨਹੀਂ। ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਜੀ ਜੇ ਅਸੀਂ ਲੱਖ ਡੋਜ਼ਸ ਲਈਏ ਤੇ ਕਹਿੰਦੇ ਨੇ ਫਿਰ 7 ਦੀ ਬਜਾਏ 14 ਹੋ ਜਾਏਗਾ। ਇਹ ਮਿਡਲ ਮੈਨ ਨੇ ਜਿਹੜੇ ਇੰਪੋਰਟਰਸ ਨੇ, ਜਿਨ੍ਹਾਂ ਦਾ ਮੈਡੀਕਲ ਨਾਲ ਕੋਈ ਤਾਲੁਕ ਨਹੀਂ, ਗਵਰਨਮੈਂਟ ਨਾਲ ਕੋਈ ਤਾਲੁਕ ਨਹੀਂ, ਔਰ ਇਹ ਲੋਕ ਰਿਪਰੈਜ਼ੈਂਟ ਕਰ ਰਹੇ ਦੋਨਾਂ ਸਾਈਡ ਨੂੰ। ਉਸ ਸਾਈਡ ਜਿੱਥੇ ਪ੍ਰੋਡਿਊਸ ਹੋ ਰਹੀ ਹੈ ਔਰ ਪਾਕਿਸਤਾਨ ਦੇ ਅੰਦਰ ਵੀ। ਤੇ ਮਸਲਾ ਜਿਹੜਾ ਕੀਮਤ ਦੇ ਤੈਅ ਕਰਨ ਦਾ ਇਹ ਨਹੀਂ ਕਿ ਬਾਜ਼ਾਰ 'ਚ ਚੀਜ਼ ਪਈ ਹੈ ਜੋ ਜੀ 300 ਰੁਪਏ ਦਾ ਗੋਸ਼ਤ ਲਿਆ ਕੇ ਇਹਨਾਂ 900 ਦਾ ਵੇਚ ਦਿੱਤਾ ਹੈ। ਮਸਲਾ ਇਸ ਵਕਤ ਇਹ ਵੇ ਕਿ ਇਟ ਇਜ਼ ਨਾਟ ਅਵੇਲੇਬਲ, ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਂਦਾ ਵਾਂ ਕਿ ਜਿਉਂ ਹੀ ਉਹਦੀ ਕੁਆਂਟੀਟੀ ਅਵੇਲੇਬਲ ਹੋਏਗੀ ਇਹਦੀ ਕੀਮਤ ਘਟੇਗੀ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੱਸਣਾ ਵਾਂ ਕਿ ਮੈਂ ਜਦੋਂ ਬਰਤਾਨੀਆ 'ਚ ਸਾਂ ਤੇ ਜਿਹੜੀ ਹੈਪੇਟਾਈਟਸ B ਦੀ ਵੈਕਸੀਨ ਸੀ ਉਹ 67 ਪਾਉਂਡ ਦੀ ਇੱਕ ਡੋਜ਼ ਮਿਲਦੀ ਸੀ, ਤੇ ਮੈਂ ਮੈਨਚੈਸਟਰ ਦੇ ਵਿੱਚ ਜਿਸ ਵੇਲੇ ਨੈਗੋਸ਼ੀਏਟ ਕੀਤਾ ਗਵਰਨਮੈਂਟ ਦੀ ਤਰਫੋਂ, ਮੈਂ 27 ਪਾਉਂਡ ਦੀ ਇੱਕ ਡੋਜ਼ ਦੇ ਉੱਤੇ ਆਇਆ ਤੇ ਮੈਂ ਬੜਾ ਖੁਸ਼ ਸਾਂ। ਫਿਰ ਉਹੀ ਵੈਕਸੀਨ ਸਾਨੂੰ $1 ਦੀ ਮਿਲੀ। ਇਸ ਵਕਤ 67 ਪਾਉਂਡ ਤੋਂ ਥੱਲੇ ਆਉਂਦੀ ਉਹਦੀ ਕੀਮਤ $1 ਤੇ ਆ ਗਈ। ਮਸਲਾ ਇਹ ਵੇ ਜਦੋਂ ਪ੍ਰੋਡਕਸ਼ਨ ਬਿਹਤਰ ਹੋ ਗਈ, ਸਪਲਾਈ ਚੇਨ ਬਿਹਤਰ ਹੋ ਗਿਆ, ਤੇ ਆਹਿਸਤਾ ਆਹਿਸਤਾ ਇੱਕ ਚੀਜ਼ ਜਿਹੜੀ ਹੈ 100 ਗੁਣਾ ਥੱਲੇ ਆ ਗਈ। 67 ਪਾਉਂਡ ਦਾ ਮਤਲਬ ਇਹ ਵੇ ਕਿ $100 ਜੀ ਜੀ ਠੀਕ ਹੈ ਨਾ, ਤੇ ਅੱਜ $1 ਤੇ ਆ ਗਈ। ਤੇ 1% ਵੀ ਕੀਮਤ ਮੈਂ ਦੇਖਿਆ ਵੈਕਸੀਨ ਦੀ ਘਟਦੀ ਹੋਈ ਓਵਰ ਦਾ ਈਅਰਸ। ਤੇ ਮਸਲਾ ਇਹ ਵੇ ਕਿ ਕੋਈ ਬੰਦਾ ਇਹਦੇ ਵਿੱਚ ਪ੍ਰੋਫਿਟ ਨਹੀਂ ਕਮਾਉਣਾ ਚਾਹੁੰਦਾ। ਇਸ ਵਕਤ ਅਸੀਂ ਲੋਕ ਜਿਹੜੇ ਆ, ਮੈਂ ਤੁਹਾਨੂੰ ਕਸਮ ਦੇ ਕੇ ਕਹਿਣਾ ਵਾਂ ਕਿ ਮੈਂ ਪਿਛਲੇ 1 ਸਾਲ ਤੋਂ ਲੱਗਾ ਹੋਇਆ ਵਾਂ ਗਵਰਨਮੈਂਟ ਨਾਲ, ਮੈਂ 1 ਪੈਸਾ ਵੀ ਨਹੀਂ ਲਿਆ ਆਪਣੇ ਜਿਹੜੀ ਸਰਵਿਸਿਜ਼ ਦਿੱਤੀਆਂ ਨੇ ਗਵਰਨਮੈਂਟ ਨੂੰ, ਆਪਣੀ ਗੱਡੀ 'ਚ ਜਾਂਦਾ ਰਿਹਾ ਵਾਂ। ਇੱਕ ਦਿਨ ਰੋਟੀ ਖਵਾਈ ਸੀ ਉਹਨਾਂ, ਕਿਉਂਕਿ ਮੈਂ ਕਿਹਾ ਸੀ ਮੈਂ ਕਸਮ ਦਿੱਤੀ ਹੈ ਕਿ ਮੈਨੂੰ ਤੁਸੀਂ ਖਾਣਾ ਵੀ ਨਹੀਂ ਕਦੀ ਖਵਾਇਆ। ਉਸ ਦਿਨ ਲੇਟ ਹੋ ਰਿਹਾ ਸਾਂ ਤੇ ਮਿਨਿਸਟਰ ਸਾਹਿਬਾਂ ਨੇ ਆਪਣੀ ਜੇਬ ਵਿੱਚੋਂ ਵਿਚਾਰਿਆਂ ਨੂੰ ਮੰਗਵਾ ਕੇ ਕੁਝ ਸੈਂਡਵਿਚ ਖਵਾਏ ਸਨ। ਉਸ ਤੋਂ ਇਲਾਵਾ ਅਸੀਂ ਲੋਕ ਫ੍ਰੀ ਵੀ ਕੰਮ ਕਰ ਰਹੇ ਹਾਂ। ਇਹ ਲੋਕੀ ਇਹ ਸਮਝਣ ਕਿ ਇਹ ਨਹੀਂ ਕਿਸੇ ਕੋਈ ਬੇਈਮਾਨ ਨਹੀਂ ਹੈ, ਲੇਕਿਨ ਜਿਹੜੀ ਚੀਜ਼ ਮੇਰੇ ਕੋਲ ਹੈ ਹੀ ਨਹੀਂ, ਮੇਰੇ ਕੋਲ ਇੱਕ ਪੈਨ ਜਿਹੜਾ ਹੈ ਉਹ ਅਗਰ ਮੈਨੂੰ ਮਿਲੇਗਾ $10 ਦਾ ਤੇ ਹੋ ਸਕਦਾ ਮੈਂ 11 ਦਾ ਵੇਚ ਦਿਆਂ ਆਪਣੇ ਚਾਰजेस ਪਾ ਕੇ ਆਪਣੀ ਸਰਵਿਸਿਜ਼ ਨੂੰ। ਲੇਕਿਨ ਇਹ ਨਹੀਂ ਹੋ ਰਿਹਾ ਖੁਦਾ ਨਖਾਸਤਾ ਕਿ ਕੋਈ ਇਹਦੇ 'ਚ ਬੜੇ ਮੁਨਾਫੇ ਕਮਾਉਣ ਦੇ ਮੂਡ 'ਚ ਜਾਂ ਕੋਸ਼ਿਸ਼ ਕਰ ਰਿਹਾ। ਇਹ ਬੜੀ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ। ਨਹੀਂ, ਉਹ ਮੇਰਾ ਮਕਸਦ ਵੀ ਹੈ ਕਿਉਂਕਿ ਇਹ ਜ਼ੇਨ 'ਚ ਕੁਐਸਚਨ ਆਉਂਦੇ ਨੇ ਨਾ, ਤੇ ਤੁਹਾਡੇ ਨਾਲ ਸ਼ੋਅ ਕਰਨ ਦਾ ਮਕਸਦ ਵੀ ਆਈ ਸੀ ਕਿ ਜਿਹੜੀ ਜ਼ੇਨ ਦੇ ਵਿੱਚ ਇੱਕ ਡਿਸਇਨਫੋਰਮੇਸ਼ਨ ਹੈ ਜਾਂ ਕੋਈ ਦਿਲ ਦੇ ਵਿੱਚ ਕੋਈ ਸ਼ੱਕ ਹੈ, ਇਹ ਸਾਡੇ ਜਿਹੜੇ ਵੇਖਣ ਵਾਲੇ ਨੇ ਔਰ ਤੁਹਾਨੂੰ ਲਾਈਵ ਦੇਖਣੇ ਨੇ ਬਹੁਤ ਸਾਰੇ ਲੋਕ, ਔਰ ਨਾਲੇ ਈਦ ਮੁਬਾਰਕਾਂ ਵੀ ਕਹਿ ਰਹੇ, ਤੁਸੀਂ ਸ਼ੋਅ ਤੋਂ ਬਾਅਦ ਉਹ ਸਾਰਾ ਦੇਖ ਲੈਣਾ ਤੇ ਨਾਲੇ ਸੁਣ ਵੀ ਰਹੇ ਨੇ। ਤੇ ਇਹ ਸਰ ਬੜਾ ਜ਼ਬਰਦਸਤ ਜਿਹੜਾ ਸਾਡਾ ਸੈਸ਼ਨ ਚੱਲਿਆ ਵਾ। ਮੈਂ ਚਾਹਾਂਗੀ ਕਿ ਕਿਉਂਕਿ ਟਾਈਮ ਥੋੜਾ ਜਿਹਾ ਘੱਟ ਰਹਿ ਗਿਆ, ਕਿ ਤੁਸੀਂ ਇਸ ਪਲੇਟਫਾਰਮ ਦੇ ਗਿਮੀ ਟੀਵੀ ਦੇ ਪਲੇਟਫਾਰਮ ਤੋਂ ਕੋਈ ਹੋਰ ਇੱਕ ਐਸਾ ਮੈਸੇਜ ਜਿਹੜਾ ਕਿ ਇਹਨਾਂ ਦਿਨਾਂ 'ਚ ਜਿਹੜਾ ਹੈ ਬੰਦ ਕੀਤਾ ਹੋਇਆ ਵਾ, ਆਪਣੀ ਇਸ ਕਰੋਨਾ ਦੀ ਤੀਸਰੀ ਲਹਿਰ ਦੇ ਹਵਾਲੇ ਨਾਲ ਦੇਣਾ ਚਾਹੋ ਆਪਣੇ ਆਡੀਅנס ਨੂੰ, ਅਵੇਅਰਨੈਸ ਦੇ ਹਵਾਲੇ ਨਾਲ, ਤੇ ਬਹੁਤ ਜ਼ਰੂਰੀ ਹੈ।
ਵੈਸੇ ਤੇ ਆਪਾਂ ਬੜੀ, ਮੈਂ ਤੇ ਬੜਾ ਖੁਸ਼ ਹਾਂ ਕਿ ਜਿਹੜਾ ਬੰਦ ਕਰ ਦਿੱਤਾ ਤੁਸੀਂ ਉੱਥੇ ਸਾਰਿਆਂ ਨੂੰ, ਦਗੜ ਦਗੜ ਦੌੜਦੀ ਪੈਣਾ ਸੀ ਪੂਰੀ ਕੌਮ ਨੇ। ਜੇ ਮੈਂ ਵੀ ਹੁੰਦੀ ਲਾਹੌਰ ਤੇ ਮੈਂ ਵੀ ਕਿਤੇ ਬਾਹਰ ਹੀ ਨਿਕਲੀ ਹੋਣਾ ਸੀ। ਸੋ ਤੁਹਾਡੇ ਹੱਥ 'ਚ ਮਾਈਕ ਹੈ ਸਰ, ਕੋਈ ਪੈਗਾਮ ਦੇਣਾ ਚਾਹੋ ਤੇ। ਥੈਂਕ ਯੂ ਵੈਰੀ ਮਚ। ਇਹ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਜਦੋਂ ਮੁਸ਼ਕਿਲ ਫੈਸਲੇ ਕੀਤੇ ਜਾਂਦੇ ਨੇ ਨਾ, ਤੇ ਮੌਲਾਨਾ ਰੂਮ ਨੇ ਵੀ ਕਿਹਾ ਹੈ ਕਿ ਜਦੋਂ ਬੱਚੇ ਦਾ ਸਿਰ ਮੁੰਨਿਆ ਜਾਂਦਾ ਹੈ ਤੇ ਬੱਚਾ ਰੋਂਦਾ ਹੈ ਤੇ ਮਾਂ ਖੁਸ਼ ਹੁੰਦੀ ਹੈ ਕਿ ਇਹਦਾ ਹਜਾਮਤ ਹੋ ਰਹੀ ਹੈ। ਠੀਕ, ਤੇ ਗੱਲ ਇਹ ਵੇ ਕਿ ਲੋਕੀ ਪਰੇਸ਼ਾਨ ਨੇ। ਸਾਡੀ ਇਹ ਮਜਬੂਰੀ ਸੀ ਕਿ ਇਹ ਜੋ ਕੁਝ ਪਾਬੰਦੀਆਂ ਲਾਣੀਆਂ ਜਿਹੜੀ ਅਸੀਂ ਲਾਈਆਂ ਨੇ, ਔਰ ਇਹ ਪਾਬੰਦੀਆਂ ਅਸਾਂ ਹੀ ਨਹੀਂ ਲਾਈਆਂ, ਇਹ ਜਿਨ੍ਹਾਂ ਨੇ ਲਾਈਆਂ ਨੇ। ਤੁਸੀਂ ਇੱਕ ਚੀਜ਼ ਦੇਖੀ ਹੋਏਗੀ ਕਿ ਚਾਈਨਾ ਨੇ ਡੰਡੇ ਮਾਰ ਕੇ ਵਾਇਰਸ ਤੇ ਕੰਟਰੋਲ ਕਰ ਲਿਆ ਸੀ। ਮੈਂ ਕਿਸੇ ਮੁਲਕ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੇਰਾ ਬੜਾ ਰਿਸਪੈਕਟ ਜਗ੍ਹਾ ਬ੍ਰਿਟਨ, ਮੈਂ ਰਾਇਲ ਕਾਲਜ ਦਾ 2-3 ਰਾਇਲ ਕਾਲਜਸ ਦਾ ਮੈਂ ਫੈਲੋ ਹਾਂ, ਐਂਡ ਆਈਵ ਗਾਟ ਲਾਟ ਆਫ ਲਵ ਫॉर them। ਲੇਕਿਨ ਜਿੱਥੇ ਇਨਸਾਨੀ ਹਕੂਕ ਦਾ ਬੜਾ ਖਿਆਲ ਰੱਖਿਆ ਗਿਆ, ਉੱਥੇ ਹਾਲਾਤ ਇੱਕ ਦਫਾ ਖਰਾਬ ਹੋਏ, ਫਿਰ ਸਖਤੀ ਕਰਨੀ ਪਈ। ਜਿਹੜੀ ਸਖਤੀ ਕੀਤੀ ਗਈ ਤੇ ਉਹਦਾ ਫਾਇਦਾ ਹੋਇਆ। ਇਹ ਤੁਹਾਡੇ ਸਾਹਮਣੇ ਐਗਜ਼ੈਕਟਲੀ ਜੇ ਲੋਕਾਂ ਦੀ ਸੁਣੀਏ ਤੇ ਪੋਲਿਟਿਕਸ ਦੀ ਸੁਣੀਏ ਤੇ ਫੇਰ ਤੇ ਮਸਲਾ ਹੱਲ ਕੋਈ ਨਹੀਂ ਹੋਣਾ। ਹੁਣ ਦੇਖੋ ਨਾ, ਸਾਡੇ ਨਾਲ ਇੰਡੀਆ ਹੈ, ਮੈਨੂੰ ਆਈਵ ਗਾਟ ਲਾਟ ਆਫ ਰਿਸਪੈਕਟ ਫॉर them, ਲੇਕਿਨ ਖੁੰਭ ਦਾ ਮੇਲੇ ਦੇ ਵਿੱਚ ਜਿਹੜੇ ਹਾਲਾਤ ਹੋਏ ਨੇ, ਔਰ ਹਜ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੈਨੇਜ ਕੀਤਾ ਹੈ, ਪਿਛਲੇ ਸਾਲ ਬੜੇ ਘੱਟ ਬੰਦੇ ਗਏ ਨੇ, ਉਮਰੇ ਤੇ ਪਾਬੰਦੀ ਲਾਈ ਹੈ, ਤੇ ਉੱਥੇ ਜਿੱਥੇ ਜਿੱਥੇ ਕੋਸ਼ਿਸ਼ ਵੀ ਕਿਸੇ ਇਹਦਾ ਕਿਸੇ ਦੀਨ ਨਾਲ ਤਾਲੁਕ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, ਪਹਿਲੇ ਗੱਲ ਕੀਤੀ ਹੈ ਮੈਂ ਉਹਦੀ ਵੈਕਸੀਨ ਦੀ ਇਹਦੀ ਚੀਚਕ ਦੀ, ਤੇ ਮੈਂ ਗਿਆ ਇੱਕ ਤਰਫ ਸਾਡੇ ਹਿੰਦੂ ਭਰਾਵਾਂ ਨੇ ਕਿਹਾ ਇਹ ਚੀਜ਼ ਹੈ, ਤੇ ਮੁਸਲਮਾਨਾਂ ਨੇ ਕਿਹਾ ਹੈ, ਅਸੀਂ ਸਾਰੇ ਇੱਕੋ ਜਿਹੇ ਹਾਂ, ਇਹਦੇ ਕਿਸੇ ਦੀਨ ਦਾ ਕੋਈ ਤਾਲੁਕ ਨਹੀਂ, ਇਹਦਾ ਜਾਤ ਦਾ ਤਾਲੁਕ ਹੈ। ਲੇਕਿਨ ਹੋਇਆ ਇਹ ਵੇ ਕਿ ਇੰਡੀਆ ਨੇ ਖੁੰਭ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਖਰਾਬ ਹੋਏ ਨੇ। ਹੁਣ ਕੀ ਹੋਇਆ, ਹੁਣ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਤੇ ਇਟ ਵਾਸ ਟੂ ਲੇਟ। ਉਸ ਤੋਂ ਬਾਅਦ ਮੈਂ ਇਹ ਵੀ ਪੈਗਾਮ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਇੰਡੀਆ ਦੇ ਪੰਜਾਬ ਦੇ ਵਜ਼ੀਰ ਆਲਾ ਨੇ, ਉਹਨਾਂ ਨੇ ਕਿਹਾ ਸੀ ਮੋਦੀ ਜੀ ਨੂੰ ਕਿ ਪਾਕਿਸਤਾਨ ਤੋਂ ਆਕਸੀਜਨ ਲੈ ਲਈਏ, ਔਰ ਅਸੀਂ ਦੇਣ ਨੂੰ ਤਿਆਰ ਸਾਂ, ਅਸੀਂ ਡੋਨੇਟ ਵੀ ਕਰਨ ਨੂੰ ਤਿਆਰ ਸਾਂ। ਉਹਨਾਂ ਪੋਲੀਟੀਕਲੀ ਉਹਨਾਂ ਨੇ ਉਹਦੇ ਤੇ ਪਾਬੰਦੀ ਲਾਈ। ਇਸ ਵਕਤ ਮਸਲਾ ਇਹ ਵੇ ਕਿ ਪੋਲੀਟਿਕਸ ਦਾ ਵਕਤ ਨਹੀਂ, ਇਸ ਵਕਤ ਪੂਰੀ ਦੁਨੀਆ ਜਿਹੜੀ ਹੈ, ਮੈਂ ਇੱਕ ਗੱਲ ਆਪਣੇ ਇੰਡੀਅਨ ਭਰਾਵਾਂ ਨੂੰ ਵੀ ਕਹਿਣਾ ਵਾ, ਭੈਣਾਂ ਨੂੰ ਵੀ ਕਹਿਣਾ ਵਾ, ਕਿ ਇਹ ਵਾਇਰਸ ਸਾਨੂੰ ਬਰਾਬਰ ਦਾ ਸਲੂਕ ਕਰ ਰਿਹਾ, ਤੇ ਇੱਕੋ ਜਿਹਾ ਸਾਡੇ ਨਾਲ ਇਹਦਾ ਸਲੂਕ ਹੈ, ਇਹ ਡਿਸਕ੍ਰਿਮੀਨੇਟ ਨਹੀਂ ਕਰ ਰਿਹਾ। ਮੈਂ ਤੇ ਇਹ ਕਹਾਂਗੀ ਜੀ, ਇਹ ਵਾਇਰਸ ਆਉਣ ਦੇ ਨਾਲ ਉਹ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਇਨਸਾਨੀਅਤ ਨੂੰ ਤੁਸੀਂ ਪ੍ਰਾਇੋਰਟੀ ਦਿਵੋ, ਇਨਸਾਨਾਂ ਦੀ ਕਦਰ ਕਰੋ, ਇਨਸਾਨੀਅਤ ਦਾ। ਔਰ ਤੁਹਾਨੂੰ ਇਹ ਵੀ ਦੱਸਾਂ ਡਾਕਟਰ ਸਾਹਿਬ, ਜਿਹੜੇ ਸਾਡੇ ਆਪਣੇ ਇੰਡੀਆ ਦੇ ਲੋਕ ਨੇ, ਜਿਹੜਾ ਸਾਡੇ ਸਰਕਾਰ ਵੱਲੋਂ ਗਈ ਹੈ ਨਾ, ਗਵਰਨਮੈਂਟ ਵੱਲੋਂ ਉਹਨਾਂ ਨੂੰ ਐਂਬੂਲੈਂਸਿਸ ਔਰ ਇਹਦੀ ਫਾਊਂਡੇਸ਼ਨ ਵੱਲੋਂ ਗਈਆਂ, ਉਹਨਾਂ ਦੇ ਦਿਲ 'ਚ ਬਹੁਤ ਪਿਆਰ ਔਰ ਬਹੁਤ ਰਿਸਪੈਕਟ ਹੈ। ਤੇ ਮੈਂ ਕਹਿੰਦਾ ਮੈਂ ਇਹ ਵਕਤ ਆਇਆ ਕਿ ਅਸੀਂ ਰਲ ਕੇ, ਕਿਉਂਕਿ ਵਾਇਰਸ ਸਾਨੂੰ ਡਿਸਕ੍ਰਿਮੀਨੇਟ ਨਹੀਂ ਕਰ ਰਿਹਾ, ਤੇ ਅਸੀਂ ਵੀ ਡਿਸਕ੍ਰਿਮੀਨੇਟ ਨਾ ਕਰੀਏ, ਅਸੀਂ ਰਲ ਕੇ ਫਾਈਟ ਕਰੀਏ। ਇਸ ਵਕਤ ਜਿਹੜਾ ਮਸਲਾ ਹੈ ਉਹ ਹਿਊਮੈਨਿਟੀ ਦਾ ਮਸਲਾ ਹੈ, ਇਸ ਵਕਤ ਕਿਸੇ ਕੌਮ ਦਾ ਮਸਲਾ ਨਹੀਂ ਹੈ। ਤੇ ਜੇ ਅਸੀਂ ਵਾਇਰਸ ਨੂੰ ਪੂਰੀ ਦੁਨੀਆ ਨੇ ਮਿਲ ਕੇ, ਕਿਉਂਕਿ ਵਾਇਰਸ ਦੇ ਕੁਝ ਚੰਦ ਦਿਨਾਂ ਦੇ ਵਿੱਚ ਪੂਰੀ ਵਰਲਡ 'ਚ ਫੈਲ ਗਿਆ, ਤੇ ਇਹ ਪੂਰੀ ਦੁਨੀਆ ਇਕੱਠੀ ਨਹੀਂ ਹੋਏਗੀ ਜੇ ਅਸੀਂ ਸਾਰੇ ਰਲ ਮਿਲ ਕੇ ਆਪਣੇ ਰਿਸੋਰਸਿਸ ਨੂੰ ਪੂਲ ਨਹੀਂ ਕਰਾਂਗੇ ਤੇ ਰਲ ਕੇ ਫਾਈਟ ਨਹੀਂ ਕਰਾਂਗੇ। ਇਟ ਇਜ਼ ਏ ਕਾਮਨ ਐਨੀਮੀ। ਤੇ ਮੈਂ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਨਾ ਸਿਰਫ ਇਹ ਪਾਬੰਦੀਆਂ, ਬਲਕਿ ਆ ਦਿਲ ਵਿੱਚੋਂ ਜਿਹੜਾ ਨਾ ਨਫ਼ਰਤ ਸ਼ਫਰਤ ਕੱਢ ਕੇ ਲੈਟਸ ਬੀ ਟੁਗੇਦਰ ਐਂਡ ਲੈਟਸ ਫਾਈਟ ਟੁਗੇਦਰ ਐਂਡ ਲੈਟਸ ਨਾਟ ਡਿਸਕ੍ਰਿਮੀਨੇਟ, ਬਿਕਾਜ਼ ਵਾਇਰਸ ਇਜ਼ ਨਾਟ ਡਿਸਕ੍ਰਿਮੀਨੇਟਿੰਗ। ਔਰ ਅਸੀਂ ਇਸ ਚੀਜ਼ ਤੇ ਨਾ ਦੇਖੀਏ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਕਿ ਵਾਇਰਸ ਇਹ ਨਹੀਂ ਦੇਖਦਾ ਕਿ ਕਾਹਦੇ ਵਾਸਤੇ ਲੋਕਾਂ ਨੇ ਇਕੱਠ ਕੀਤਾ ਹੈ। ਉਹ ਨਮਾਜ਼ ਪੜ੍ਹਨ ਲਈ ਇਕੱਠੇ ਹੋਏ ਨੇ ਕਿ ਜੂਆ ਖੇਡਣ ਲਈ ਕਿ ਡਾਂਸ ਕਰ ਰਹੇ ਨੇ। ਵਾਇਰਸ ਨੂੰ ਬੰਦੇ ਚਾਹੀਦੇ ਨੇ ਤੇ ਇਕੱਠੇ ਚਾਹੀਦੇ ਨੇ ਇਸ ਵਾਸਤੇ। ਬਹੁਤ ਅੱਛੀ ਗੱਲ ਡਾਕਟਰ ਸਾਹਿਬ, ਕਮਾਲ, ਬਹੁਤ ਅੱਛਾ ਮੈਸੇਜ ਦਿੱਤਾ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਯਕੀਨ ਕਰੋ, ਬਹੁਤ ਧੰਨਵਾਦੀ ਹਾਂ ਤੁਹਾਡੇ ਨਾਲ। ਆਲਵੇਜ਼ ਗੱਲਬਾਤ ਕਰਨ ਦਾ ਬਹੁਤ ਮਜ਼ਾ ਆਉਂਦਾ, ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਅਨਫੋਲਡ ਕਰਦੇ ਹੋ, ਜਿਸ ਤਰੀਕੇ ਨਾਲ ਤੁਸੀਂ ਪੈਗਾਮ ਦਿੰਦੇ ਹੋ, ਔਰ ਮੇਰਾ ਖਿਆਲ ਹੈ ਉਹਦੇ 'ਚ ਤੁਹਾਡੀ ਜਿਹੜੀਆਂ ਤੁਹਾਡੀਆਂ ਪ੍ਰੋਫੈਸ਼ਨਲ ਐਬਿਲਿਟੀਜ਼ ਤੇ ਜਿਹੜੀਆਂ ਹੈ ਸੋ ਹੈ ਹੀ ਨੇ ਪੂਰੀ ਦੁਨੀਆ ਤੇ, ਲੇਕਿਨ ਤੁਹਾਡੀਆਂ ਜਿਹੜੀਆਂ ਸਕਾਲਰਲੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਜਿਹੜਾ ਹਿਊਮੈਨਿਟੀ ਦਾ ਜਿਹੜਾ ਪੈਗਾਮ ਦਿੱਤਾ ਤੁਸੀਂ ਕਿ ਸਭ ਇਨਸਾਨਾਂ ਨੂੰ ਇਹ ਵਾਇਰਸ ਇਕੱਠਾ ਹੀ ਲੱਭਦਾ ਪਿਆ ਹੈ, ਤੇ ਲਿਹਾਜ਼ਾ ਅਸੀਂ ਇਨਸਾਨੀਅਤ ਦੇ ਨਾਲ ਜੁੜ ਜਾਈਏ। ਔਰ ਮੈਂ ਤੇ ਇਹ ਸਮਝਨੀ ਹਾਂ ਕਿ ਸਾਡੇ ਗਿੰਨੀ
टीवी चैनल का मकसद भी जड़ा वै इंसानियत है, प्यार है, मुहब्बत है। नफरतां खत्म करिए, आपस च जड़े इंसान प्यार मुहब्बत नाल एक दूजे नाल जुड़ जाइए। ते ਇਹ ਸਾਨੂੰ ਅਸੀਂ ਜਿੱਥੇ ਕਿਤੇ ਆ ਰੱਬ ਹੈ, ਭਗਵਾਨ ਹੈ, ਸਾਡੇ ਗੁਰੂ ਨਾਨਕ, ਉਹ ਸਾਰੇ ਵੀ ਇਹੀ ਪੈਗਾਮ ਦਿੰਦੇ ਆ। ਤੇ ਵਾਇਰਸ ਸਾਡੇ ਤੇ ਅਟੈਕ ਕਰ ਕਰਕੇ ਵੀ ਸਾਨੂੰ ਇਹੀ ਸਮਝਾਉਂਦਾ ਪਿਆ। ਮਕਸਦ ਇਹ ਹੈ ਕਿ ਅਸੀਂ ਆਪ ਸਮਝ ਜਾਈਏ। ਤੇ ਥੈਂਕ ਯੂ ਸੋ ਮਚ। ਤੇ ਤੁਸੀਂ ਯੂ ਆਰ ਡੂਇੰਗ ਗ੍ਰੇਟ। ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਇਟ ਇਜ਼ ਨਾਟ ਬਟਰਿੰਗ, ਪਰ ਤੁਸੀਂ ਵਾਕਈ ਐਸੇ ਇਨਸਾਨ ਹੋ, ਵਾਕਈ ਐਸੇ ਇਨਸਾਨ ਹੋ। I got so much respect for you। ਔਰ ਮੈਂ ਔਨ 에ਅਰ ਹੈ ਗੱਲ ਕਰ ਰਹੀ ਹਾਂ ਕਿ ਕੁਛ ਨਾ ਕੁਛ ਹਰ ਮੁਆਸ਼ਰੇ 'ਚ ਐਸੇ ਲੋਕ ਹੁੰਦੇ ਨੇ ਜਿਹੜਾ ਆਪਣਾ ਟਾਈਮ, ਆਪਣੀ એનર્ਜੀ, ਆਪਣੀ ਸਕਿੱਲਸ ਦੇ ਕੇ ਇੱਕ ਐਸੇ ਬਰਗੇਡੀਅਰ ਪ੍ਰੋਫੈਸਰ ਡਾਕਟਰ ਵਹੀਦੁੱਜ਼ਮਾਨ ਸਾਹਿਬ ਜਿਹੜੇ ਪੱਲੇ ਦੂਜੇ ਕੋਲੋਂ ਕੁਛ ਖਾਂਦੇ ਵੀ ਨਹੀਂ ਔਰ ਕਸਮ ਵੀ ਖਾ ਸਕਦੇ, ਔਰ ਤੁਹਾਡੀ ਕਸਮ ਅਸੀਂ ਵੀ ਖਾ ਸਕਦੇ ਹਾਂ। ਯੂ ਆਰ ਡੂਇੰਗ ਗ੍ਰੇਟ ਵਰਕ, ਔਰ ਇੱਕ ਕਲੈਕਟਿਵ ਕੌਨਸ਼ੀਅਸਨੈਸ ਦਾ, ਕਲੈਕਟਿਵ ਹਿਊਮੈਨਿਟੀ ਦਾ ਜਿਹੜਾ ਕੰਮ ਕਰ ਰਹੇ ਹੋ, ਅਸੀਂ ਉਹਦੇ ਤੇ ਪ੍ਰਾਊਡ ਫੀਲ ਕਰਦੇ ਹਾਂ ਤੁਹਾਡੇ ਤੇ। ਓਨੈਸਟਲੀ ਥੈਂਕ ਯੂ ਸੋ ਮਚ ਫॉर ਕਮਿੰਗ। ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਫਿਰ ਵੀ ਤੁਹਾਨੂੰ ਜ਼ਹਿਮਤ ਦਿੰਦੇ ਰਹਾਂਗੇ ਡਾਕਟਰ ਸਾਹਿਬ, ਔਰ ਜਿੱਥੇ ਜਿੱਥੇ ਬਹੁਤ ਸ਼ੁਕਰੀਆ। ਗਿਮੀ ਟੀਵੀ ਬਹੁਤ ਗ੍ਰੇਟਫੁਲ ਹੈ ਜੀ। ਲੋ ਜਨਾਬ, ਇਹ ਸੀ ਅੱਜ ਦਾ ਸਾਡਾ ਈਦ ਦਾ ਸਪੈਸ਼ਲ ਸ਼ੋਅ, ਔਰ ਡਾਕਟਰ ਸਾਹਿਬ ਦੇ ਨਾਲ, ਕਿਉਂਕਿ ਅਸੀਂ ਸੋਚਿਆ ਕਿ ਈਦ ਦਾ ਮੈਸੇਜ ਜਿਹੜਾ ਵੈ ਵਾਇਰੋਲੋਜਿਸਟ ਨੂੰ ਬੁਲਾ ਕੇ ਔਰ ਫਿਰ ਡਾਕਟਰ ਸਾਹਿਬ ਜੈਸੇ ਮਹਿਮਾਨ ਨੂੰ ਬੁਲਾ ਕੇ, ਜਿਹੜੇ ਕਿ ਇੱਕ ਟਰੂ ਵੈਰੀ ਨਾਈਸ ਹਿਊਮਨ ਬੀਇੰਗ। ਬਾਕੀ ਚੀਜ਼ਾਂ ਤੇ ਜਿਹੜੀਆਂ ਹੈ ਸੋ ਹੈ, ਤੁਸੀਂ ਕਦੀ ਇਹਨਾਂ ਨੂੰ ਵੈਸੇ ਦੇਖੋ, ਫੇਸਬੁੱਕ ਤੇ ਜਾਓ ਜਾਂ ਇਹਨਾਂ ਦੇ ਉਹ ਬਾਕੀ ਚੀਜ਼ਾਂ ਦੇਖੋ, ਉਹ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਸ ਕਿਸ ਹਵਾਲਿਆਂ ਦੇ ਨਾਲ ਉਹਨਾਂ ਨੇ ਦੁਨੀਆ 'ਚ ਸਿੱਖਿਆ। 40 ਸਾਲ ਐਸੇ ਬਿਮਾਰੀਆਂ ਬਾਰੇ ਕੀਤਾ। ਤੇ ਜਨਾਬ ਜੋ ਪੈਗਾਮ ਉਹਨਾਂ ਨੇ ਦਿੱਤਾ ਹੈ, ਇਹ ਬਿਨਤੀ ਹੈ ਤੁਹਾਡੇ ਤੇ, ਇਹ ਲਾਹੌਰੀਓ ਖਾਸ ਤੌਰ ਤੇ, ਕਿਉਂਕਿ ਅੱਜ ਮੈਂ ਬਹੁਤ ਲਾਹੌਰ ਮਿਸ ਕਰ ਰਹੀ ਹਾਂ। ਔਰ ਮੇਰੇ ਆਪਣੇ ਹਸਬੈਂਡ, ਮੇਰੀ ਬੇਟੀ ਇਸੇ ਕਰੋਨਾ ਦੀ ਵਜ੍ਹਾ ਨਾਲ ਤੇ ਪਾਕਿਸਤਾਨ ਦੇ ਰੈੱਡ ਜ਼ੋਨ ਦੀ ਹੋਣ ਦੀ ਵਜ੍ਹਾ ਨਾਲ ਇਹ ਜ਼ਿੰਦਗੀ 'ਚ ਪਹਿਲੀ ਈਦ ਆ ਜਿਹੜੀ ਕਿ ਅਸੀਂ 4 ਬੰਦਿਆਂ ਦੀ ਫੈਮਿਲੀ ਸਪਲਿਟ ਹੋ ਕੇ ਅਸੀਂ ਕਰ ਰਹੇ ਹਾਂ। ਲੇਕਿਨ ਉਹਦੇ ਨਾਲ ਨਾਲ ਉਸ ਤੋਂ ਜ਼ਿਆਦਾ ਤਕਲੀਫ ਤੇ ਚੀਜ਼ ਮੇਰੇ ਵਾਸਤੇ ਅੱਜ ਇਹ ਵੀ ਹੈ ਕਿ ਅੱਜ ਇਸੇ ਵਾਇਰਸ ਦੀ ਵਜ੍ਹਾ ਨਾਲ, ਇਸੇ ਕਰੋਨਾ ਦੀ ਵਜ੍ਹਾ ਨਾਲ ਬਹੁਤ ਸਾਰੇ ਹੋਰ ਜਿਹੜੇ ਲੋਕ ਨੇ ਪੂਰੀ ਦੁਨੀਆ 'ਚ, ਮੈਂ ਵੀ ਆਪਣੀ ਮਾਂ ਖੋ ਦਿੱਤੀ। ਤੇ ਅੱਜ ਦੇ ਦਿਨ ਦੇ ਵਿੱਚ ਇਹ ਮੇਰੀ ਪਹਿਲੀ ਈਦ ਹੈ ਕਿ ਮੇਰੀ ਮਾਂ ਦੀ ਆਵਾਜ਼ ਮੈਂ ਟੈਲੀਫੋਨ ਤੇ ਨਹੀਂ ਸੁਣ ਸਕੀ। ਸੋ ਇਟਸ ਵੈਰੀ ਪੇਨਫੁਲ। ਤੇ ਮੈਂ ਰਿਲੇਟ ਕਰਨੀ ਆ ਆਪਣੇ ਆਪ ਨੂੰ ਤੁਹਾਡੇ ਸਭ ਜਿੱਥੇ ਜਿੱਥੇ ਇਨਸਾਨ ਬੈਠੇ ਆ, ਕਿ ਉਹਨਾਂ ਦੇ ਜਿਹੜੇ ਪਿਆਰੇ ਗਏ ਨੇ ਤੇ ਅਸੀਂ ਉਹਦੇ ਤੋਂ ਹੀ ਸਬਕ ਸਿੱਖ ਲਈਏ। ਤੇ ਸਾਡਾ ਮਕਸਦ ਅੱਜ ਦਾ ਸ਼ੋਅ ਵੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਕਿਹਾ, ਕਿ ਖਿਆਲ ਕਰੋ, ਔਰ ਇਹਦੇ ਇਸ ਮੂਜ਼ੀ ਮਰਜ਼ ਦੇ ਨਾਲ ਅਸੀਂ ਆਪਾਂ ਸਾਰਿਆਂ ਮਿਲ ਕੇ ਕਿਸੇ ਵੀ ਤਰੀਕੇ ਨਾਲ, ਜਿਸ ਤਰ੍ਹਾਂ ਅਸੀਂ ਅਵੇਅਰਨੈਸ ਤਾਂ ਕਰ ਰਹੇ ਹਾਂ ਇੰਡੀਆ ਦੇ, ਬਾਕੀ ਡਿਸਕ੍ਰਿਮੀਨੇਸ਼ਨ ਬਿਲਕੁਲ ਨਹੀਂ ਹੈ, ਪੂਰੀ ਦੁਨੀਆ ਤੇ ਹੈ। ਤੇ ਪਰਹੇਜ਼ ਵੀ ਕਰੋ। ਤੇ ਲੇਕਿਨ ਇਹਦੇ ਨਾਲ ਨਾਲ ਜਿਹੜਾ ਬਹੁਤ ਵਾਇਰਲ ਹੋਇਆ ਅੱਜ ਕਿ ਤੁਸੀਂ ਜਿਹੜਾ ਵੈ ਉਹ ਜੱਫੇ ਨਾ ਪਾਓ ਤੇ ਇਹ ਨਾ ਕਰੋ ਤੇ ਉਹ ਨਾ ਕਰੋ। ਤੇ ਉਹਦੇ ਨਾਲ ਮੈਂ ਵੀ ਕਹਾਂਗੀ ਕਿ ਸੋਸ਼ਲ ਡਿਸਟੈਂਸ ਰੱਖ ਕੇ, ਮਾਸਕ ਪਾ ਕੇ, ਤੇ ਬੇਸ਼ੱਕ ਕੋਈ ਨਹੀਂ, ਦੂਰੋਂ ਦੂਰੋਂ ਤੁਸੀਂ ਗਲੇ ਵੀ ਮਿਲ ਲਓ ਤੇ ਹੱਥ ਵੀ ਹਿਲਾ ਲਓ। ਤੇ ਗਿਮੀ ਟੀਵੀ ਨੂੰ ਦੇਖਦੇ ਰਹੋ। ਔਰ ਇਹ ਸ਼ੋਅ ਜਿਹੜਾ ਵੈ ਹੋਰ 2 ਦਿਨਾਂ ਤੱਕ YouTube ਤੇ ਜਾਏਗਾ। YouTube ਤੋਂ ਤੁਸੀਂ ਗਿਮੀ ਟੀਵੀ UK ਬਾਈ ਸ਼ਗੁਫਤਾ ਲੋਧੀ ਗੂਗਲ ਕਰਕੇ ਉਹਨੂੰ ਸਬਸਕ੍ਰਾਈਬ ਕਰੋ, ਉਹਨੂੰ ਲਾਈਕ ਕਰੋ, ਆਪਣੇ ਕਮੈਂਟ ਐਜ਼ ਆਲਵੇਜ਼ ਦਿੰਦੇ ਰਹੋ, ਮੈਸੇਂਜਰ ਤੇ, WhatsApp ਤੇ, Facebook ਤੇ। ਔਰ ਅਸੀਂ ਪੋਸਟਰ ਅਪਲੋਡ ਕਰ ਦਿੰਦੇ ਹਾਂ, ਜਿਹੜਾ ਗੈਸਟ ਜਿਸ ਵੀ ਫੀਲਡ ਦੇ ਹਵਾਲੇ ਨਾਲ ਆਉਣਾ ਹੁੰਦਾ ਹੈ, ਅਦਬ ਦੇ ਹਵਾਲੇ ਨਾਲ ਜਾਂ ਫਿਰ ਕੋਈ ਵੀ ਜੋ ਕਰੰਟ ਕੋਈ ਸਿਚੁਏਸ਼ਨ ਹੈ ਉਹਦੇ ਹਵਾਲੇ ਨਾਲ ਤੁਸੀਂ ਆਪਣਾ ਫੀਡਬੈਕ ਦੇਵੋ, ਔਰ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਉਹ ਵੀ ਦੇਵੋ। ਅਸੀਂ ਤੁਹਾਡੇ ਰਾਏ ਨੂੰ ਰੱਖਦਿਆਂ ਹੋਇਆਂ ਪ੍ਰੋਗਰਾਮ ਕਰਾਂਗੇ, ਔਰ ਉਹਦੇ 'ਚ ਅਵੇਅਰਨੈਸ ਵੀ ਹੈ। ਉਹਦੇ 'ਚ ਮੇਨ ਹੈ ਕਿ ਪਿਆਰ ਵੰਡੋ, ਅਮਨ ਵੰਡੋ, ਐਸਾ ਕੰਮ ਕਰ ਜਾਓ ਕਿ ਸਾਡੇ ਜਾਣ ਤੋਂ ਬਾਅਦ ਦੁਨੀਆ ਅੱਛੇ ਨਾਮ ਨਾਲ ਯਾਦ ਕਰੇ। ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਈਦ ਮੁਬਾਰਕ ਅੱਜ ਦੇ ਦਿਨ ਦੇ ਹਵਾਲੇ ਨਾਲ, ਔਰ ਗਿਮੀ ਟੀਵੀ UK ਵੱਲੋਂ ਬਹੁਤ ਬਹੁਤ ਪਿਆਰ, ਮੁਹੱਬਤ, ਪੋਜ਼ਿਟਿਵਿਟੀ, ਸਿਹਤ ਦੀ ਦੁਆ ਸਭ ਲਈ। Love you all. Thank you. Take care. Bye bye.